ਹਾਂਜੀ ਸੋ ਅੱਜ ਜੋ ਆਪਾਂ ਪੈਸੇਜ ਲਿਆ ਜੀ ਉਹ ਕੈਂਬਰਿਜ ਦਾ, ਕਿਉਂਕਿ ਆਪਾਂ ਲਗਾਤਾਰ ਵੋਲਿਊਮ ਦੇ ਕੀਤੇ ਕਾਫੀ ਜ਼ਿਆਦਾ। ਸੋ ਅੱਜ ਜਿਹੜਾ ਪੈਸੇਜ ਚੱਲ ਆਪਾਂ ਚੱਕਿਆ ਉਹ ਕੈਂਬਰਿਜ ਦਾ ਜੀ, ਜਿਹਦਾ ਨਾਮ ਹੈਗਾ ਦ ਮੀਨਿੰਗ ਐਂਡ ਪਾਵਰ ਆਫ ਸਮੈਲ ਜੀ। ਤੇ ਜੇ ਹੁਣ ਆਪਾਂ ਇਹਦੀ ਡਿਜ਼ਾਈਨਿੰਗ ਦੇਖਿਓਗੇ ਕੈਂਬਰਿਜ ਦੀ ਜਿਹੜੀ ਬੁੱਕ ਹੁੰਦੀ ਆ ਉਹਦੀ ਜਿਹੜੀ ਅਪੀਅਰੈਂਸ ਹੀ ਹੁੰਦੀ ਆ ਆਪਾਂ ਨੂੰ ਦੇਖਣ ਤੋਂ ਪਤਾ ਲੱਗ ਜਾਂਦੀ ਹੁੰਦੀ ਵੀ ਇਹ ਕੈਮ ਲੈਵਲ ਹੈ। ਤੇ ਮੈਂ ਕਿਤਨਾ ਕਿਤੇ ਨੋਟ ਕੀਤਾ ਵੀ ਜਿਹੜੀ ਕੈਂਬਰਿਜ ਦੀ ਰੀਡਿੰਗ ਹੁੰਦੀ ਆ ਉਹਨਾਂ ਦੀ ਲੈਂਥ ਜਿਹੜੀ ਹੁੰਦੀ ਆ ਉਹ ਵੋਲਿਊਮ ਤੋਂ ਜਾਣੀ ਕਿ ਥੋੜੀ ਹੁੰਦੀ ਹੈ। ਜੇ ਫੋਰ ਐਗਜ਼ਾਮਪਲ ਇਹ ਵੋਲਿਊਮ ਦੀ ਬੁੱਕ ਹੁੰਦੀ ਤਾਂ ਇਹਦੇ ਵਿੱਚ ਕਮ ਸੇ ਕਮ 2 ਪੇਜ ਯਾਨੀ ਕਿ ਲਾਸਟ ਤੱਕ ਭਰੇ ਹੋਣੇ ਸੀਗੇ ਜੀ। ਵੋਲਿਊਮ ਦੀ ਜਿਹੜੀ ਬੁੱਕ ਹੁੰਦੀ ਆ ਉਹਦੇ ਵਿੱਚ ਕੰਟੈਂਟ ਥੋੜਾ ਜਿਹਾ ਜ਼ਿਆਦਾ ਹੁੰਦਾ ਵਾ ਯਾਨੀ ਕਿ ਕੈਂਬਰਿਜ ਦੇ ਕੰਪੈਰੀਜ਼ਨ। ਤੇ ਜੇ ਆਪਣੀ ਮੰਨ ਕੇ ਚੱਲੋ ਰੀਡਿੰਗ ਦੀ ਲੈਂਥ ਥੋੜੀ ਆ, ਆਪਣਾ ਜਿਹੜਾ ਮੰਨ ਕੇ ਚੱਲੋ ਰੀਡਿੰਗ ਆਪਣੀ 1.5 ਪੇਜ ਦੀ ਆ, ਤਾਂ ਨੈਚੁਰਲ ਜੀ ਗੱਲ ਆ ਕੰਟੈਂਟ ਥੋੜਾ ਹੋਣ ਕਰਕੇ ਜਿਹੜੇ ਕੁਐਸਚਨ ਆ ਉਹ ਨਾਲ ਜੁੜੇ ਪਏ ਹੋਣਗੇ। ਇਹਦੇ ਵਿੱਚ ਸਕੈਨਿੰਗ ਛੇਤੀ ਹੋ ਜਾਂਦੀ ਆ, ਕੁਐਸਚਨ ਛੇਤੀ ਲੱਭ ਜਾਂਦਾ ਵਾ ਯਾਨੀ ਕਿ ਵੋਲਿਊਮ ਦੇ ਕੰਪੈਰੀਜ਼ਨ। ਵੋਲਿਊਮ ਦੇ ਵਿੱਚ ਕਈ ਵਾਰੀ ਉਹ ਜਿਹੜੇ ਸੀਕੁਐਂਸ ਦੇ ਵਿੱਚ ਕੁਐਸਚਨ ਹੁੰਦੇ ਆ ਉਹਨਾਂ ਨੂੰ ਵੀ ਉਹ ਤੋੜ ਦਿੰਦੇ ਆ। ਤਾਂ ਕੁੱਲ ਮਿਲਾ ਕੇ ਇੱਕ ਵੋਲਿਊਮ ਦੀ ਬੁੱਕ ਨੂੰ ਕਰਦੇ ਹੋਏ ਟਾਈਮ ਜ਼ਿਆਦਾ ਕੰਜ਼ਿਊਮ ਹੁੰਦਾ ਵਾ, ਤੇ ਜੇ ਤੁਸੀਂ ਕੈਂਬਰਿਜ ਦੀ ਬੁੱਕ ਨੂੰ ਕਰੇ ਤਾਂ ਤੁਸੀਂ ਥੋੜੇ ਟਾਈਮ 'ਚ ਹੀ ਜ਼ਿਆਦਾ ਕਰ ਦੋਗੇ। ਰੀਜ਼ਨ ਉਹਦਾ ਕੀ ਹੈ, ਇੱਕ ਤਾਂ ਤੁਹਾਡਾ ਕੰਟੈਂਟ ਘਟ ਜਾਂਦਾ ਜੀ ਥੋੜਾ ਜਿਹਾ, ਤੇ ਨੰਬਰ 2 ਤੇ ਇਹਨਾਂ ਦੇ ਵਿੱਚ ਯਾਨੀ ਕਿ ਸੀਕੁਐਂਸ ਨੂੰ ਤੋੜਨ ਦਾ ਹੈ ਹੀ ਨਹੀਂਗਾ ਰਿਵਾਜ ਜਮਾਂ ਵੀ। ਇਹ ਸੀਕੁਐਂਸ ਵਾਈਜ਼ ਹੀ ਪਾਉਂਦੇ ਆ, ਟਰੂ ਫਾਲਸ ਆ ਤਾਂ ਸਾਰੇ ਸੀਕੁਐਂਸ ਦੇ ਵਿੱਚ ਹੋਣਗੇ ਜੀ। ਤਾਂ ਕਰਕੇ ਕੈਂਬਰਿਜ ਨੂੰ ਕਰਨ ਵਾਲਾ ਬੱਚਾ ਜਦੋਂ ਵੋਲਿਊਮ ਕਰਦਾ ਵਾ ਲਗਾਤਾਰ ਤਾਂ ਉਹਨੂੰ ਇਦਾਂ ਲੱਗਣ ਲੱਗ ਜਾਂਦਾ ਵੀ ਖਣੀ ਮੇਰੀ ਜੋ ਟਾਈਮ ਐਫੀਸ਼ੀਐਂਸੀ ਹੈਗੀ ਆ, ਟਾਈਮ ਮੈਨੇਜਮੈਂਟ ਉਹ ਪਹਿਲਾਂ ਨਾਲੋਂ ਡਿਸਟਰਬ ਹੋ ਗਈ ਮੇ ਵੀ ਜ਼ਿਆਦਾ। ਐਕਚੁਅਲ ਦੇ ਵਿੱਚ ਤੁਹਾਡੀ ਟਾਈਮ ਮੈਨੇਜਮੈਂਟ ਨਹੀਂ ਡਿਸਟਰਬ ਹੋਈ ਹੁੰਦੀ, ਤੁਸੀਂ ਜਿਹੜੇ ਪੈਸੇ ਕਰ ਰਹੇ ਹੋ ਉਹ ਕੈਂਬਰਿਜ ਦੇ ਕੰਪੈਰੀਜ਼ਨ ਜ਼ਿਆਦਾ ਲੌਂਗ ਹੁੰਦੇ ਆ, ਉਹਨਾਂ ਦੇ ਵਿੱਚ ਕੰਟੈਂਟ ਜ਼ਿਆਦਾ ਹੁੰਦਾ। ਮੈਂ ਤੁਹਾਨੂੰ ਦਿਖਾਉਣਾ, ਧਿਆਨ ਨਾਲ ਦੇਖਿਓ, ਆ ਕੈਂਬਰਿਜ ਦਾ ਪੈਸੇਜ ਆ। ਵੈਸੇ ਜਿਹੜਾ ਆਪਾਂ ਡੇਲੀ ਬੇਸਿਸ ਤੇ ਪੈਸੇਜ ਕਰਦੇ ਹੁੰਦੇ ਮੇਰੇ ਹਿਸਾਬ ਨਾਲ 2 ਪੇਜ ਪੂਰੇ ਭਰੇ ਹੁੰਦੇ ਆ ਤੇ ਗਾਂਹ ਵਾਲੇ ਪੇਜ ਤੇ ਵੀ ਥੋੜੇ ਆ 4-5 ਲਾਈਨਾਂ ਹੁੰਦੀਆਂ। ਇਦਾਂ ਹੀ ਹੁੰਦਾ ਜੀ? ਯੈਸ ਸਰ ਨੂੰ ਇਦਾਂ ਹੀ ਹੁੰਦਾ ਜੀ? ਯੈਸ ਸਰ। ਹਾਂਜੀ ਇਹਦਾ ਸਰ ਮਤਲਬ ਲੈਂਗੁਏਜ ਕਿਹਦੀ ਔਖੀ ਹੁੰਦੀ ਹੈ ਜੀ, ਕੈਂਬਰਿਜ ਦੀ ਇੱਕ ਵੋਲਿਊਮ ਦੀ? ਹਾਂ ਬਿਲਕੁਲ ਟਫ ਜ਼ਰੂਰ ਹੁੰਦੀ ਹੈ। ਮੈਂ ਕਹਿ ਰਿਹਾ ਕਿ ਵੋਲਿਊਮ ਦੀ ਬੁੱਕ ਦੇ ਵਿੱਚ ਕੰਟੈਂਟ ਜ਼ਿਆਦਾ ਹੁੰਦਾ ਵਾ ਕੈਂਬਰਿਜ ਦੀ ਬੁੱਕ ਦੇ ਕੰਪੈਰੀਜ਼ਨ। ਉਹਦੇ ਜਿਹੜੇ ਪੈਸੇਜ ਉਹ ਥੋੜੇ ਲੈਂਥੀ ਪਾਏ ਜਾਂਦੇ। ਲੈਂਗੁਏਜ ਕੈਂਬਰਿਜ ਦੀ ਟਫ ਹੁੰਦੀ ਹੈ ਸਾਰੀ ਰੀਡਿੰਗ ਨਾਲ ਵੈਸੇ ਦੇਖਿਆ ਜਾਵੇ। ਬਿਲਕੁਲ ਵਿੱਚ ਕਈ ਸੌਖੀਆਂ ਵੀ। ਜੇ ਤੁਸੀਂ ਹੁਣ ਜਾਣੀ ਕਿ ਮੇਰੀ ਰੋਜ਼ ਵਾਲੀ ਕਰਕੇ ਦੇਖੋ ਜਾਂ ਤੁਸੀਂ ਛੋਟੀਆਂ ਮੋਟੀਆਂ ਦੀਆਂ ਹੋਰ ਹੁੰਦੀਆਂ ਤਾਂ ਉਹਨਾਂ ਤੋਂ ਸੌਖੀਆਂ ਵੀ ਕੋਈ ਨਹੀਂ ਹੈ, ਰਲਮਾ ਮਿਲਮਾ ਕੰਮ ਆ ਸਾਰਾ ਜਿਹਾ, ਠੀਕ ਹੈ ਨਾ। ਤੇ ਜਿਹੜੀ ਮਿੰਨੀ ਆਈਸ ਤੇ ਹੁੰਦੀ ਹੈ ਜੀ ਉਹ ਰਲਮਾ ਮਿਲਮਾ ਹੀ ਹੁੰਦਾ ਜੀ, ਉਹਨਾਂ ਦੀ ਲੈਂਥ ਵੀ ਜਾਣੀ ਕਿ ਕੈਂਬਰਿਜ ਜਿੰਨੀ ਸੇਮ ਹੀ ਹੁੰਦੀ, ਕੋਈ ਜ਼ਿਆਦਾ ਫਰਕ ਨਹੀਂ। ਤਾਂ ਇੱਕ ਗੱਲ ਧਿਆਨ ਰੱਖਿਓ ਜੀ, ਤਾਂ ਵੋਲਿਊਮ ਦੀ ਬੁੱਕ ਜੇ ਤੁਸੀਂ ਕਰ ਰਹੇ ਹੋ ਤਾਂ ਉਹਦੇ ਵਿੱਚ ਕੰਟੈਂਟ ਜ਼ਿਆਦਾ ਆ, ਤਾਂ ਹੋ ਸਕਦਾ ਤੁਹਾਨੂੰ ਕਰਨ ਤੇ ਟਾਈਮ ਜ਼ਿਆਦਾ ਜਾਣੀ ਕਿ ਲੱਗ ਗਿਆ ਵੀ। ਤੁਸੀਂ ਲੈਂਥ ਨੂੰ ਦੇਖ ਸਕਦੇ ਹੋ, ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਕਿਸੇ ਦਿਨ। ਜੇ ਤੁਸੀਂ ਕੈਂਬਰਿਜ ਦੀ ਕਰਕੇ ਦੇਖੋ ਤੁਹਾਨੂੰ ਪਤਾ ਲੱਗੂ ਵੀ ਪੈਰੇ ਵੀ ਛੋਟੇ ਹੋ ਗਏ ਤੇ ਲੱਭੀ ਵੀ ਛੇਤੀ ਜਾਂਦੇ ਆ ਜੀ। ਚਲੋ ਜੀ ਹੁਣ ਆਪਾਂ ਦੇਖਦੇ ਹਾਂ ਜੀ ਡਿਜ਼ਾਈਨਿੰਗ ਵੱਲੀ। ਤਾਂ ਆਪਾਂ ਹੈਡਿੰਗ ਤੇ 2 ਦਿਨ ਲਾਵਾਂਗੇ ਤਾਂ ਕਿ ਆਪਣੀਆਂ ਹੈਡਿੰਗ ਪੱਕੀਆਂ ਹੋਣ। ਕੱਲ ਆਪਾਂ ਕੀਤੀਆਂ ਸੀ, ਅੱਜ ਫੇਰ ਕੱਲ ਤੋਂ ਆਪਾਂ ਸ਼ੁਰੂ ਕਰਨੀਆਂ ਜਿਹੜੀਆਂ ਕੰਟੇਨ ਵਾਲੀਆਂ ਵਾ, ਜਿਹੜੀਆਂ ਲੰਮੀਆਂ ਲਾਈਨਾਂ ਹੁੰਦੀਆਂ, ਲੰਮੀਆਂ ਹੈਡਿੰਗਸ ਹੁੰਦੀਆਂ। 2 ਦਿਨ ਇਹਨਾਂ ਉੱਪਰ ਲੱਗ ਜਾਣਗੇ, 2 ਦਿਨ ਉਹਨਾਂ ਉੱਪਰ ਲੱਗ ਜਾਣਗੇ। ਤਾਂ ਜੀ ਆਪਾਂ ਆਹ ਵਾਲੀਆਂ ਹੈਡਿੰਗਸ ਆਪਣੀਆਂ ਤੇ 7 ਤੋਂ ਲੈ ਕੇ ਗਾਂ ਤੱਕ ਆਪਣੇ ਮਲਟੀਪਲ ਆ। ਕੱਲ ਆਪਣੇ ਟਰੂ ਫਾਲਸ ਸੀਗੇ, ਅੱਜ ਆਪਣੇ ਮਲਟੀਪਲ ਆ ਜੀ। ਗਾਂ ਅੱਗੇ ਜਾ ਕੇ ਦੇਖੀਏ ਤਾਂ 11 ਤੋਂ ਲੈ ਕੇ 14 ਤੱਕ ਆਪਣੇ ਕੋਲੇ ਕੀ ਹੈ ਜੀ, ਇੱਕ ਤਰ੍ਹਾਂ ਦੀਆਂ ਬਲੈਂਕਸ ਉਹ ਵੀ ਹਾਂਜੀ 1 ਵਰਡ। ਸੋ ਹੈਡਿੰਗ ਹੋ ਗਈਆਂ, ਫਿਰ ਮਲਟੀਪਲ ਹੋ ਗਏ ਤੇ ਫਿਰ ਆਪਣੇ ਕੋਲੇ ਬਲੈਂਕਸ ਹੋ ਗਈਆਂ ਜੀ। ਸੋ ਹੈਡਿੰਗ ਤੇ ਦੇਖੀਏ ਤਾਂ ਕੋਈ ਜਾਣੀ ਕਿ ਲੋਕੇਸ਼ਨ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ ਜੀ। ਇਹਨਾਂ ਵਿੱਚ ਦੇਖੀਏ ਤਾਂ ਲੋਕੇਸ਼ਨ ਨਾਮ ਦੀ ਕੋਈ ਚੀਜ਼ ਹੀ ਹੈ। 7th ਤੋਂ ਸਟਾਰਟ ਕਰਦੇ ਆਪਾਂ ਕੀਵਰਡ ਨੋਟ ਕਰਨੇ ਆ। ਕਹਿੰਦੇ ਅਕੋਰਡਿੰਗ ਟੂ ਇੰਟਰੋਡਕਸ਼ਨ, ਇਹਦਾ ਮਤਲਬ ਜਿਹੜਾ ਇਹਦਾ ਆਨਸਰ ਉਹ ਇੰਟਰੋਡਕਸ਼ਨ ਦੇ ਵਿੱਚ ਹੀ ਪਿਆ। ਹੁਣ ਜੇ ਤੁਸੀਂ ਪੈਸੇਜ ਤੇ ਚੱਲੋ ਧਿਆਨ ਨਾਲ ਤਾਂ ਪੈਰਾਗ੍ਰਾਫ ਇਹ ਤੋਂ ਸਟਾਰਟ ਹੁੰਦਾ, ਇਹਦਾ ਮਤਲਬ ਆਹ ਵਾਲੀ ਸਾਰੀ ਕੀ ਹੈ ਜੀ, ਇਹ ਸਾਰੀ ਇਹ ਪੈਰੇ ਦੀ ਇੰਟਰੋ ਆ। ਇਹਦਾ ਮਤਲਬ 7ਵਾਂ ਕੁਐਸਚਨ ਇਹਦੇ ਵਿੱਚ ਪਿਆ ਜੀ। ਉਹਨਾਂ ਨੇ ਖੁਦ ਹੀ ਕਹਤਾ ਕਿ ਇੰਟਰੋਡਕਸ਼ਨ ਦੇ ਅਕੋਰਡਿੰਗ ਜੋ ਵੀ ਹੈਗਾ ਹੁਣ ਪੁੱਛਣਗੇ ਜੀ। 8ਵੇਂ ਦਾ ਦੇਖੀਏ ਤਾਂ ਪੈਰਾਗ੍ਰਾਫ ਬੀ ਦੇ ਵਿੱਚ ਖੁਦ ਦਿੱਤਾ ਪਿਆ ਜੀ। 9ਵਾਂ ਦੇਖੀਏ ਤਾਂ ਪੈਰਾਗ੍ਰਾਫ ਸੀ, ਯਾਨੀ ਕਿ ਮਲਟੀਪਲ ਦੀ ਲੋਕੇਸ਼ਨ ਦੀ ਟੈਨਸ਼ਨ ਖਤਮ ਹੋ ਗਈ। ਅੱਗੇ ਜਾ ਕੇ ਦੇਖੀਏ ਤਾਂ ਪੈਰਾਗ੍ਰਾਫ ਉਦੋਂ ਉਹਨਾਂ ਨੇ ਆਹ ਤਿੰਨੇ ਇਹਨਾਂ ਨੇ ਆਪਾਂ ਨੂੰ ਪੈਰਾਗ੍ਰਾਫ ਦਿੱਤੇ ਆ ਜੀ। ਯਾਨੀ ਕਿ ਸਕੈਨਿੰਗ ਵਾਲਾ ਕੰਮ ਰੀਡਿੰਗ ਦਾ ਖੁਦ ਹੀ ਹਾਂਜੀ ਕੀਤਾ ਪਿਆ, ਆਪਾਂ ਜਸਟ ਇਹਨੂੰ ਸਮਝਣਾ ਜੀ। ਹੈਡਿੰਗ ਦੀ ਕੋਈ ਲੋਕੇਸ਼ਨ ਨਾਮ ਦੀ ਚੀਜ਼ ਹੀ ਹੈ ਨਹੀਂ ਜੀ। ਇਹਦਾ ਮਤਲਬ ਲੋਕੇਸ਼ਨ ਸਿਰਫ ਕਿੰਨੇ ਕੁਐਸਚਨਸ ਦੀ ਆਈ, ਲੋਕੇਸ਼ਨ ਆਈ ਸਿਰਫ 4 ਕੁਐਸਚਨਸ ਦੀ।
ਤੇ ਜੇ ਮਲਟੀਪਲ ਦੇ ਵਿੱਚ ਪੈਰਾਗ੍ਰਾਫ ਨਾ ਵੀ ਦਿੱਤੇ ਹੁੰਦੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਸੀ। ਆਪਾਂ ਇੱਥੋਂ ਕੋਈ ਵੀ ਇੱਕ ਜਾਣੀ ਕਿ ਮਲਟੀਪਲ ਚੱਕਣਾ ਸੀਗਾ, ਜਿਹਦੇ ਵਿੱਚੋਂ ਆਪਾਂ ਕੋਈ ਨਾ ਕੋਈ ਇੱਕ ਜਾਣੀ ਕਿ ਪ੍ਰੋਪਰ ਨਾਉਨ ਟਾਰਗੇਟ ਕਰ ਲੈਣਾ ਸੀਗਾ। ਇੱਕ ਵੀ ਆਪਾਂ ਨੂੰ ਜੇ ਲੱਭ ਜਾਂਦਾ ਤਾਂ ਬਾਕੀ ਸਾਰੇ ਆਪੇ ਸੋਲਵ ਹੋ ਜਾਣੇ ਸੀ। ਕਿਉਂਕਿ ਇਹਨਾਂ ਵਿੱਚ ਇਹਨਾਂ ਨੇ ਏਦਾਂ ਪੁੱਛਿਆ ਕਿ ਜਿਵੇਂ ਪੈਰਾਗ੍ਰਾਫ ਸੀ ਦੇ ਵਿੱਚ ਰਾਈਟਰ ਕੀ ਕਰ ਰਿਹਾ ਵਾ, ਕੰਟੈਂਟ ਥੋੜਾ ਜ਼ਿਆਦਾ ਪੜ੍ਹਾ ਸਕਦੇ ਆਪਾਂ ਨੂੰ ਉੱਧਰ ਜਾ ਕੇ ਹੀ। ਜਿਵੇਂ ਇਹਨਾਂ ਨੇ ਕਿਹਾ ਵੀ ਜਿਹੜਾ ਐਕਸਪੈਰੀਮੈਂਟ ਹੈ ਜੀ ਉਹ ਡਿਸਕ੍ਰਾਈਬ ਕਰਦਾ, ਹਾਂਜੀ ਪੈਰਾਗ੍ਰਾਫ ਬੀ ਦੇ ਵਿੱਚ ਕੀ ਡਿਸਕ੍ਰਾਈਬ ਕਰਦਾ, ਜਾ ਕੇ ਉਧਰ ਦੇਖਣਾ ਪੈਣਾ ਆਪਾਂ ਨੂੰ ਜੀ। ਯਾਨੀ ਕਿ ਆਪਣੇ ਕੋਲੇ ਪਾਰਟੀਕੂਲਰ ਲੋਕੇਸ਼ਨ ਨਹੀਂ, ਉਧਰ ਜਾ ਕੇ ਆਪਾਂ ਨੂੰ ਲਾਈਨਾਂ ਥੋੜੀਆਂ ਜ਼ਿਆਦਾ ਵੀ ਪੜ੍ਹਨੀਆਂ ਪੈ ਸਕਦੀਆਂ, ਸੈਂਸ ਸਮਝ ਨਹੀਂ ਪੈ ਸਕਦੀ। ਸੋ ਹਰ ਇੱਕ ਚੀਜ਼ ਦਾ ਇੱਕ ਪੋਜ਼ਿਟਿਵ ਪੁਆਇੰਟ ਹੁੰਦਾ, ਇੱਕ ਨੈਗੇਟਿਵ ਪੁਆਇੰਟ ਹੁੰਦਾ। ਜੇ ਉਹਨਾਂ ਨੇ ਲੋਕੇਸ਼ਨ ਖੁਦ ਦਿੱਤੀ ਪਈ ਹੋਵੇ ਉਹ ਘੁਮਾ ਥੋੜਾ ਜਿਆਦਾ ਦਿੰਦੇ ਆ। ਕਈ ਵਾਰੀ ਉਹਨਾਂ ਨੇ ਯਾਨੀ ਕਿ ਸਕੈਨਿੰਗ ਤੁਹਾਨੂੰ ਕਰਨੀ ਪੈਂਦੀ ਹੈ, ਬਟ ਲੱਭਣ ਤੋਂ ਬਾਅਦ ਚੋਂ ਆਨਸਰ ਜਿਹੜਾ ਉਹ ਸੌਖਾ ਹੀ ਹੁੰਦਾ। ਇੱਕ ਚੀਜ਼ ਸੌਖੀ ਹੋ ਸਕਦੀ ਹੈ, ਇੱਕ ਚੀਜ਼ ਔਖੀ ਹੋ ਸਕਦੀ ਹੈ। ਹਾਂਜੀ, ਅੱਗੇ ਆਪਣੇ ਕੋਲੇ 11 ਤੋਂ ਲੈ ਕੇ 14 ਤੱਕ ਗੱਲ ਹੁੰਦੀ ਹੈ, ਇਹਨਾਂ ਦੀ ਆਪਾਂ ਜ਼ਰੂਰ ਹੁਣ ਮਾਰਕ ਕਰਾਂਗੇ ਥੋੜੇ ਮੋਟੇ ਜੀ। ਪਰ ਮੇਰੇ ਹਿਸਾਬ ਨਾਲ ਕੋਈ ਡਿਟੋ ਪ੍ਰੋਪਰ ਤਾਂ ਹੈ ਹੀ ਨਹੀਂਗਾ ਜੀ, ਕੋਈ ਵੈਸੇ ਪ੍ਰੋਪਰ ਨਾਉਨ ਨਾਮ ਦੀ ਕੋਈ ਚੀਜ਼ ਹੈ ਨਹੀਂਗੀ। ਜਿੰਨੇ ਤੁਹਾਡੇ ਸਾਹਮਣੇ ਵਰਡ ਲਿਖੇ ਪਏ ਜੀ ਇਹ ਸਾਰੇ ਬਦਲੇ ਜਾ ਸਕਦੇ ਆ। ਟੈਸਟ ਨੂੰ ਬਦਲ ਦੇਣਾ ਉਹਨਾਂ ਨੇ, ਆਰਡਰ ਨੂੰ ਬਦਲ ਦੇਣਾ ਉਹਨਾਂ ਨੇ, ਪੀਪਲ ਹੋ ਗਿਆ, ਰਿਕੋਗਨਾਈਜ਼ ਹੋ ਗਿਆ, ਹਸਬੈਂਡ ਹੋ ਗਿਆ, ਵਾਈਫ, ਆ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਉਧਰ ਬਦਲ ਦੇਣਾ। ਜੇ ਕੋਈ ਚੀਜ਼ ਮਾੜੀ ਮੋਟੀ ਆਪਾਂ ਟਾਰਗੇਟ ਕਰ ਸਕਦੇ ਆ ਤਾਂ ਉਹ ਚੀਜ਼ ਹੈਗੀ ਆ 12ਵੇਂ ਕੁਐਸਚਨ ਦੇ ਵਿੱਚ ਜੀ, ਜਿਹਦੇ ਵਿੱਚ ਲਿਖਿਆ ਪਿਆ ਵਾ ਲਿੰਗੁਇਸਟਿਕ ਵਰਡ ਲਿਖਿਆ ਪਿਆ। ਹੁਣ ਲਿੰਗੁਇਸਟਿਕ ਵਰਡ ਦਾ ਜਨਮ ਕਿੱਥੋਂ ਹੋਇਆ ਜੀ? ਲਿੰਗੁਇਸਟਿਕ ਵਰਡ ਆਪਣੇ ਕੋਲੇ ਪਿਆ ਜੀ, ਯਾਨੀ ਕਿ ਲੈਂਗੁਏਜ ਤੋਂ। ਯਾਨੀ ਕਿ ਜਾਂ ਤਾਂ ਲੈਂਗੁਏਜ ਦੀ ਗੱਲ ਕੀਤੀ ਹੋਊ ਜੀ ਉਧਰ, ਜਾਂ ਲਿੰਗੁਇਸਟਿਕ ਬਣਿਆ ਤਾਂ ਵਰਡ ਲਿਖਿਆ ਪਿਆ। ਆਹ ਵਾਲਾ ਵਰਡ ਜ਼ਰੂਰ ਟਾਰਗੇਟ ਹੋਇਆ ਜੀ, ਜਿੱਥੇ ਲੈਂਗੁਏਜ ਦੀਆਂ ਗੱਲਾਂ ਕਰੀ ਜਾਂਦੇ ਹੋਏ ਜੀ। ਬਾਕੀ ਸਾਰੇ ਵਰਡਸ ਤੁਸੀਂ ਦੇਖੋ ਤਾਂ ਸਾਰਿਆਂ ਦੀ ਪੈਰਾਫਰੇਜ਼ਿੰਗ ਪੋਸੀਬਲ ਹੈ ਜੀ, ਸਾਰੇ ਪੈਰਾਫਰੇਜ਼ ਕਰਦੇ ਨੇ ਇਹਨਾਂ ਨੇ। 13ਵਾਂ ਜਾ ਕੇ ਦੇਖੀਏ ਤਾਂ ਸੈਂਸ ਆਫ ਸਮੈਲ, ਸੈਂਸ ਆਫ ਸਮੈਲ ਤਾਂ ਜਗ੍ਹਾ ਜਗ੍ਹਾ ਤੇ ਲਿਖਿਆ ਪਿਆ ਜੀ। ਆ ਦੇਖੋ ਇੱਥੇ ਵੀ ਸਮੈਲ ਲਿਖਿਆ ਪਿਆ ਵਾ, ਤੇ ਇਹਦਾ ਮਤਲਬ 13ਵੇਂ ਦੇ ਵਿੱਚ ਵੀ ਆਪਣੇ ਕੋਲੇ ਕੋਈ ਪ੍ਰੋਪਰ ਕੋਈ ਨਾਉਨ ਨਾਮ ਦੀ ਚੀਜ਼ ਹੈ ਨਹੀਂ। 14ਵੇਂ ਵਿੱਚ ਜਾ ਕੇ ਦੇਖੀਏ ਜੀ, 14ਵੇਂ ਦੇ ਵਿੱਚ ਆਪਣੇ ਕੋਲੇ ਆ ਸਾਰੀਆਂ ਚੀਜ਼ਾਂ ਨੂੰ ਬਦਲ ਦੇਣਾ ਜੀ ਇਹਨਾਂ ਨੇ। ਇਹਦਾ ਮਤਲਬ 14ਵੇਂ ਦੇ ਵਿੱਚ ਵੀ ਕੋਈ ਆਪਣੇ ਕੋਲੇ ਪ੍ਰੋਪਰ ਨਾਉਨ ਨਾਂ ਦੀ ਚੀਜ਼ ਹੈ ਨਹੀਂ। ਬਟ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਮੈਪ ਰੀਡਿੰਗ ਦੇ ਅਕੋਰਡਿੰਗ ਦੇਖੀਏ ਤਾਂ ਜਿਹੜਾ 13ਵਾਂ ਤੇ 14ਵਾਂ ਕੁਐਸਚਨ ਆ ਉਹ ਕਿੱਥੇ ਹੋਣਗੇ ਜੀ? 13ਵਾਂ ਤੇ 14ਵਾਂ ਕੁਐਸਚਨ ਹੋਣਗੇ ਪੈਰੇ ਦੇ ਲਾਸਟ ਉੱਪਰ ਜੀ, ਰੀਡਿੰਗ ਦੇ ਲਾਸਟ ਉੱਪਰ। ਸੋ ਤੁਸੀਂ ਸਿਰਫ ਸਕੈਨਿੰਗ 2 ਕੁਐਸਚਨਸ ਦੀ ਕਰਨੀ ਅੱਜ। ਇਹ ਪੈਰੇ ਦੇ ਵਿੱਚੋਂ ਸਿਰਫ 2 ਕੁਐਸਚਨ ਦੀ ਸਕੈਨਿੰਗ ਕਰਨੀ ਪਈ ਜੀ। ਜੇ ਤੁਸੀਂ 14ਵਾਂ ਜਾ ਕੇ ਦੇਖੋ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਜਾਨੀ ਕਿ ਲਾਸਟ ਉੱਪਰ ਲੱਭ ਜਾਣਾ ਜੀ। ਜੇ 13ਵਾਂ ਵੀ ਜਾ ਕੇ ਦੇਖੋ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਲੱਭ ਜਾਣਾ ਜੀ। ਆਹ ਤੁਸੀਂ ਲੈਂਗੁਏਜ ਵਰਡ ਟਾਰਗੇਟ ਕਰ ਲਿਆ ਜੀ, ਜਾਨੀ ਕਿ ਪਿੱਛੇ ਆਪਣੇ ਕੋਲ ਸਿਰਫ 11ਵੇਂ ਨੰਬਰ ਵਾਲਾ ਕੁਐਸਚਨ ਆ ਜੀ ਜਿਹੜਾ ਬਚਿਆ ਜੀ, ਸਿਰਫ 11ਵੇਂ ਨੰਬਰ ਵਾਲਾ ਜੀ। ਚਲੋ ਜੀ ਹੁਣ ਆਪਾਂ ਕੀ ਕਰਦੇ ਆ, ਆਪਾਂ ਜੋ ਸਟਾਰਟ ਕਰਨਾ ਹੁੰਦਾ ਵਾ, ਸਟਾਰਟ ਆਪਾਂ ਹਮੇਸ਼ਾ ਹੈਡਿੰਗ ਤੋਂ ਹੀ ਕਰਾਂਗੇ। ਹੈਡਿੰਗ ਕਰਾਂਗੇ, ਬਾਅਦ ਚੋਂ ਮਲਟੀਪਲ ਕਰ ਲਾਂਗੇ ਜੀ, ਤੇ ਬਾਅਦ ਚੋਂ ਆਪਾਂ ਕਰ ਲਾਂਗੇ ਜਿਹੜੀਆਂ ਆਪਣੀਆਂ ਬਲੈਂਕਸ ਆ 4 ਰਹਿ ਗਈਆਂ ਜੀ ਸਿਰਫ। ਚਲੋ ਜੀ ਸਟਾਰਟ ਕਰਦੇ ਆ ਆਪਾਂ। ਓਕੇ ਜੀ, ਸੋ ਪਹਿਲੇ ਨੰਬਰ ਵਾਲੀ ਜੋ ਆਪਣੀ ਹੈਡਿੰਗ ਹੈ ਜੀ, ਹਾਂਜੀ ਧਿਆਨ ਨਾਲ ਦੇਖਿਓ ਜੀ। ਤਾਂ ਸਾਈਜ਼ ਜੇ ਆਪਾਂ ਦੇਖੀਏ ਸਾਰੇ ਪੈਰਿਆਂ ਦਾ ਸਾਰਿਆਂ ਦਾ ਸੇਮ ਹੀ ਹੈ ਜੀ, ਲਗਭਗ ਸਾਰਿਆਂ ਦਾ ਸਾਈਜ਼ ਸੇਮ ਹੀ ਹੈ ਜੀ। ਓਕੇ ਜੀ, ਤਾਂ ਕੀ ਕਹਿੰਦੀ ਧਿਆਨ ਨਾਲ ਦੇਖਿਓ। ਕਈ ਜਿਹੜੀ ਕੱਲ ਵਾਲੀ ਸਟ੍ਰੈਟਜੀ ਆਪਣੇ ਮਾਈਂਡ ਦੇ ਵਿੱਚ ਰੱਖਿਓ, ਤੁਹਾਨੂੰ ਸਾਰੇ ਵੀ ਟੌਪਿਕ ਸੈਂਟੈਂਸ ਤੋਂ ਨਹੀਂ ਮਿਲ ਸਕਦੇ। ਕੋਈ ਜੇਕਰ ਤੁਹਾਨੂੰ ਫਰਦਰ ਜਾ ਕੇ ਪੜ੍ਹਨਾ ਪੈਣਾ ਜੀ, ਤੇ ਕੁਝ ਏਦਾਂ ਹੋਊਗਾ, ਇੱਕ ਅੱਧਾ ਪੈਰਾ ਏਦਾਂ ਦਾ ਡਿਜ਼ਾਈਨ ਕੀਤਾ ਹੋਊਗਾ ਜੋ ਤੁਹਾਨੂੰ ਲਾਸਟ ਉੱਪਰੋਂ ਵੀ ਜਾ ਕੇ ਪੜ੍ਹਨਾ ਪੈ ਸਕਦਾ, ਜਾਂ ਫਿਰ ਸਮਰੀ ਸਮਝਣੀ ਪੈ ਸਕਦੀ ਹੈ। ਚਲੋ ਜੀ ਜਾ ਕੇ ਦੇਖਦੇ ਹਾਂ। ਪਹਿਲੇ ਪੈਰੇ ਵਿੱਚ ਕੀ ਕਿਹਾ ਜੀ ਉਹਨਾਂ ਨੇ? ਕਹਿੰਦੇ ਸਰਵੇ, ਹਾਂਜੀ ਕਹਿੰਦੇ ਕੰਡਕਟਡ ਕੀਤਾ ਗਿਆ ਸੀਗਾ ਜੀ। ਕਿ ਹਾਂਜੀ ਨਾਮ ਲਿਖਿਆ ਪਿਆ ਜੀ ਆ, ਤੇ ਆ ਜਗ੍ਹਾ ਲਿਖੀ ਪਈ ਹੈ ਜੀ, ਕਿਹੜੀ ਹੈ ਜੀ? ਧਿਆਨ ਨਾਲ ਦੇਖਿਓ, ਇੱਕ ਸਰਵੇ ਕੰਡਕਟ ਹੋਇਆ ਸੀ, ਨਾਮ ਲਿਖਿਆ ਪਿਆ, ਜਗ੍ਹਾ ਲਿਖੀ ਪਈ ਆ। ਇਹਦੇ ਵਿੱਚ ਪੁੱਛਿਆ ਸੀ ਜੀ, ਕਹਿੰਦੇ ਤੋਂ ਜਿਹੜੇ ਪਾਰਟਿਸਪੈਂਟ ਆ, ਕੀ ਪੁੱਛਿਆ ਗਿਆ ਸੀ, ਕੀ ਕਿਹਾ ਗਿਆ ਸੀ ਜੀ? ਟੂ ਕਮੈਂਟ, ਵੀ ਕਮੈਂਟ ਕਰਨ ਲਈ ਕਿਹਾ ਗਿਆ ਸੀ, ਕਹਿੰਦੇ ਤੇ ਓਕੇ ਹਾਊ ਇੰਪੋਰਟੈਂਟ ਸਮੈਲ ਵਾਸ ਟੂ them ਇਨ देयर ਲਾਈਫਸ। ਕਹਿੰਦੇ ਜੀ ਇੱਕ ਸਰਵੇ ਕੀਤਾ ਗਿਆ ਸੀਗਾ ਜਿੰਦੇ ਵਿੱਚ ਪਾਰਟਿਸਪੈਂਟ ਤੋਂ ਇਹ ਪੁੱਛਿਆ ਗਿਆ ਸੀ, ਕਮੈਂਟ ਕਰਨ ਦੇ ਲਈ ਕਿਹਾ ਗਿਆ ਸੀ, ਉਹਨਾਂ ਨੂੰ ਬੋਲਣ ਦੇ ਲਈ ਕਿਹਾ ਗਿਆ ਸੀ, ਕਿਹੜੀ ਚੀਜ਼ ਦੇ ਬਾਰੇ? ਕਿ ਸਮੈਲ ਉਹਨਾਂ ਦੀ ਲਾਈਫ ਦੇ ਵਿੱਚ ਕਿੰਨਾ ਕੁ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ। ਓਕੇ ਜੀ, ਅੱਗੇ ਜਾ ਕੇ ਦੇਖਦੇ ਹਾਂ ਜੀ। ਕਹਿੰਦੇ ਇਟ ਬਿਕੇਮ ਅਪੀਅਰੈਂਟ ਦੈਟ, ਕਹਿੰਦੇ ਏਦਾਂ ਪਤਾ ਲੱਗਿਆ, ਕੀ ਪਤਾ ਲੱਗਿਆ ਜੀ? ਕਿ ਜਿਹੜੀ ਸਮੈਲ ਹੁੰਦੀ ਹੈ ਜੀ, ਸਮੈਲ ਕੈਨ ਅਵੋਕ, ਅਵੋਕ ਦਾ ਮਤਲਬ ਹੁੰਦਾ ਪੈਦਾ ਕਰਨਾ ਜੀ। ਇਹਦਾ ਇੱਕ ਹੋਰ ਸਿਨੋਨਿਮ ਹੈ ਕਿ ਪ੍ਰਵੋਕ, ਨੋਟ ਕਰ ਲਿਓ, ਪ੍ਰਵੋਕ। ਕਹਿੰਦੇ ਤੇ ਏਦਾਂ ਪਤਾ ਲੱਗਿਆ ਜੀ, ਕਹਿੰਦੇ ਅਪੀਅਰੈਂਟ ਦਾ ਮਤਲਬ ਹੁੰਦਾ ਨੇ ਕਿ ਦਿਖਣਾ, ਏਦਾਂ ਦਿਖਿਆ
ਜਾਂ ਪਤਾ ਲੱਗਿਆ ਕਿ ਸਮੈਲ ਆ ਜਿਹੜੀ ਉਹ ਅਵੋਕ ਕਰਦੀ ਹੈ, ਕੀ ਅਵੋਕ ਕਰਦੀ ਹੈ ਜੀ, ਸਟਰੋਂਗ ਇਮੋਸ਼ਨਲ ਰਿਸਪੌਂਸ। ਯਾਨੀ ਕਿ ਜਿਹੜੀਆਂ ਸਮੈਲ ਆ ਕਿਤੇ ਨਾ ਕਿਤੇ ਉਹਨਾਂ ਨੇ ਇਮੋਸ਼ਨਸ ਦੇ ਨਾਲ ਜੋੜ ਕੇ ਉਹਦਾ ਰਿਪਲਾਈ ਕੀਤਾ ਜੀ। ਚਲੋ ਜਾ ਕੇ ਦੇਖਦੇ ਹਾਂ ਜੀ। ਆਪਾਂ ਹਾਲੇ ਤੱਕ ਟੌਪਿਕ ਸੈਂਟੈਂਸ ਪੜ੍ਹਿਆ ਜੀ। ਟੌਪਿਕ ਸੈਂਟੈਂਸ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਇੱਕ ਸਰਵੇ ਹੋਇਆ ਸੀਗਾ ਜੀ, ਕਿੱਥੇ ਕਨੈਕਟ ਕੀਤਾ ਸੀ, ਉਹਦਾ ਨਾਮ ਲਿਖਿਆ ਪਿਆ, ਉਹਦੇ ਵਿੱਚ ਸਮੈਲ ਦੇ ਬਾਰੇ ਪੁੱਛਿਆ ਗਿਆ ਸੀਗਾ ਜੀ ਕਿ ਕੀ ਇੰਪੋਰਟੈਂਸ ਆ, ਤੇ ਜਾਣਨ ਤੇ ਪਤਾ ਲੱਗਿਆ ਬਈ ਜਿਹੜੀ ਜੋ ਸਮੈਲ ਆ ਜੀ ਉਹ ਇਮੋਸ਼ਨਲ ਰਿਸਪੌਂਸ ਨੂੰ ਪੈਦਾ ਕਰਦੀ ਹੈ ਜੀ। ਚਲੋ ਜੀ ਜਾ ਕੇ ਦੇਖੀਏ। ਤਾਂ ਪਹਿਲੇ ਚ ਇਹਨਾਂ ਨੇ ਆਪਾਂ ਨੂੰ ਕਿਹਾ ਜੀ ਡਿਫੀਕਲਟੀਜ਼, ਹਾਲੇ ਤੱਕ ਕੋਈ ਡਿਫੀਕਲਟੀਜ਼ ਤਾਂ ਦੱਸੀਆਂ ਹੀ ਨਹੀਂ ਜੀ। ਔਰ ਰੋਲ ਆਫ ਸਮੈਲ, ਸਮੈਲ ਦਾ ਰੋਲ ਕੀ ਹੈ ਜੀ ਕਿਹਦੇ ਵਿੱਚ, ਹਾਂਜੀ ਪਰਸਨਲ ਰਿਲੇਸ਼ਨਸ਼ਿਪ ਦੇ ਵਿੱਚ। ਪਰਸਨਲ ਰਿਲੇਸ਼ਨਸ਼ਿਪ ਦੀ ਗੱਲ ਨਹੀਂ ਕੀਤੀ ਜੀ ਹਾਲੇ ਤੱਕ। ਚਲੋ ਆਪਾਂ ਇਹਦੇ ਤੇ ਇਦਾਂ ਕਰ ਲੈਂਦੇ ਹਾਂ, ਫਿਊਚਰ ਸਟੱਡੀ ਕਿਤੇ ਗੱਲ ਨਹੀਂ ਕੀਤੀ। ਹਾਂਜੀ ਬ੍ਰੇਨ ਤੇ ਨੋਜ਼ ਦੀ ਤਾਂ ਵੈਸੇ ਨਹੀਂ ਕੋਈ ਟੌਪਿਕ ਸੈਂਟੈਂਸ ਵਿੱਚ ਗੱਲ ਹੋਈ ਜੀ। ਫਿਰ ਇੰਟਰਪ੍ਰੀਟੇਸ਼ਨ ਆਫ ਸਮੈਲ, ਓਕੇ ਡਿਫਾਈਨਿੰਗ ਗਰੁੱਪ ਤਾਂ ਕੋਈ ਲਿਖੇ ਨਹੀਂ ਹਾਲੇ ਤੱਕ, ਕੈਟਾਗਰਾਈਜ਼ ਤਾਂ ਕੀਤਾ ਨਹੀਂ ਜੀ ਕਿਸੇ ਨੇ। ਅੱਗੇ ਲਿਖਿਆ ਕਿ ਕਿਉਂ ਆਪਣੀ ਜਿਹੜੀ ਸੈਂਸ ਆਫ ਸਮੈਲ ਹੁੰਦੀ ਆ ਉਹ ਐਪਰੀਸ਼ੀਏਟਡ ਨਹੀਂ ਹੈਗੀ, ਕਿਤੇ ਨਹੀਂ ਗੱਲ ਕੀਤੀ ਜੀ ਇਦਾਂ ਦੀ। ਅੱਗੇ ਕਹਿੰਦੇ ਜੀ ਸਮੈਲ ਆ ਜਿਹੜੀ ਉਹ ਇੱਕ ਸੁਪੀਰੀਅਰ ਸੈਂਸ ਆ, ਹਾਲੇ ਤੱਕ ਤਾਂ ਕਰੈਕਟਰਿਸਟਿਕ ਚ ਦੱਸੀ ਨਹੀਂ ਜੀ ਇਹਦੀ। ਅੱਗੇ ਕਹਿੰਦੇ ਜੀ ਜਿਹੜੀ ਰਿਲੇਸ਼ਨਸ਼ਿਪ ਦਿਖਾਇਆ ਗਿਆ ਵਾ ਕਿਹਦੇ ਵਿੱਚ, ਸਮੈਲ ਤੇ ਫੀਲਿੰਗਸ ਦੇ ਵਿੱਚ। ਤੇ ਯੈਸ ਔਰ ਨੋ ਦੱਸੋ ਕਿ ਫੀਲਿੰਗਸ ਦਾ ਉਹਨਾਂ ਨੇ ਕੋਈ ਸਿਨੋਨਿਮ ਲਿਖਿਆ ਜੀ ਉੱਥੇ ਦੂਸਰੀ ਲਾਈਨ ਦੇ ਵਿੱਚ? ਇਮੋਸ਼ਨਸ ਹਾਂਜੀ ਲਿਖਿਆ ਇਮੋਸ਼ਨਸ ਸਰ, ਲਿਖਿਆ ਹੈ। ਬਿਲਕੁਲ ਇਮੋਸ਼ਨਸ। ਤਾਂ ਦੇਖੋ ਕਿਹੜੀ ਮੈਚ ਹੋਈ ਆਪਾਂ ਨੂੰ, ਸਭ ਤੋਂ ਲਾਸਟ ਵਾਲੀ ਟੌਪਿਕ ਸੈਂਟੈਂਸ ਤੋਂ ਮੈਚ ਹੋਈ ਆ 8ਵੇਂ ਨੰਬਰ ਵਾਲੀ। ਠੀਕ ਹੈ ਜੀ, 8ਵੇਂ ਨੰਬਰ ਵਾਲੀ ਆਪਣੇ ਕੋਲੇ ਮੈਚ ਹੋ ਗਈ ਜੀ। ਆਪਾਂ ਨੂੰ ਗਾਉਂ ਜਾ ਕੇ ਪੜ੍ਹਨ ਸਰ ਦੀ ਜ਼ਰੂਰਤ ਇਵੋਕ ਨਹੀਂ। ਦਾ ਮਤਲਬ ਕੀ ਸੀ? ਅਵੋਕ ਦਾ ਮਤਲਬ ਯਾਨੀ ਕਿ ਪ੍ਰਵੋਕ, ਹਾਂਜੀ ਪੈਦਾ ਕਰਨਾ ਜੀ, ਕੋਈ ਚੀਜ਼ ਪ੍ਰੋਡਿਊਸ ਕਰਨਾ ਜੀ। ਹਾਂਜੀ ਜੀ ਅੱਗੇ ਚੱਲਦੇ ਹਾਂ ਜੀ। ਤਾਂ ਆਪਾਂ ਨੂੰ ਇਹ ਟੌਪਿਕ ਸੈਂਟੈਂਸ ਤੋਂ ਮਿਲ ਗਈ ਜੀ। ਮੈਂ ਇਹਦੇ ਤੇ ਇੱਥੇ ਆਪਾਂ ਲਿਖ ਦਿੰਦੇ ਟੌਪਿਕ ਸੈਂਟੈਂਸ, ਆਪਾਂ ਬਾਅਦ ਚੋਂ ਦੇਖਣਾ ਕਿ ਬਾਕੀ ਹੈਡਿੰਗਸ ਕਿਵੇਂ ਡਿਜ਼ਾਈਨ ਹੁੰਦੀਆਂ ਜੀ। ਤਾਂ ਅੱਗੇ ਜਾ ਕੇ ਦੇਖਦੇ, ਧਿਆਨ ਨਾਲ ਦੇਖਿਓ ਜੀ ਕੀ ਕਿਹਾ ਜੀ। ਦੇਖੋ ਅੱਗੇ ਜਾ ਕੇ ਫੀਲਿੰਗ ਲਿਖਣਾ ਵੀ ਲੱਗ ਗਏ ਤੁਸੀਂ, ਮਿੰਟੋ ਮਿੰਟ ਹੀ 1 ਸੈਕਿੰਡ ਦੇ ਵਿੱਚ ਇੱਕ ਚੀਜ਼ ਪਤਾ ਕਰ ਸਕਦੇ ਹੋ। ਇੱਥੇ ਇਹਨਾਂ ਨੇ ਇਮੋਸ਼ਨਸ ਕਿਹਾ ਨਾ, ਗਾਂ ਵਾਲੀ ਲਾਈਨ 'ਚ ਜਾ ਕੇ ਜੋਏ ਲਿਖਿਆ ਪਿਆ। ਜੋਏ ਵੀ ਤਾਂ ਇੱਕ ਫੀਲਿੰਗ ਹੀ ਆ, ਖੁਸ਼ੀ, ਖੁਸ਼ੀ ਇੱਕ ਫੀਲਿੰਗ ਹੀ ਹੁੰਦੀ ਹੈ ਜੀ। ਤਾਂ ਪਤਾ ਲੱਗ ਗਿਆ ਮੈਨੂੰ ਮਿੰਟੋ ਮਿੰਟ ਹੀ। ਆ ਦੇਖੋ ਉਦੋਂ ਗਾਂ ਜਾ ਕੇ ਦੇਖ ਲਓ ਜੀ। ਤਾਂ ਤੁਸੀਂ ਜੇ ਗਾਂ ਜਾ ਕੇ ਤੁਹਾਨੂੰ ਜਸਟ 2 ਸੈਕਿੰਡ ਲੱਗਣੇ ਆ ਜੀ, ਫਿਰ ਤੁਸੀਂ ਸੈਂਟੈਂਸ ਥੋੜ੍ਹਾ ਪੜ੍ਹਨਾ ਹੁੰਦਾ, ਫਿਰ ਤੁਸੀਂ ਅੱਖਾਂ ਆਪਣੀਆਂ ਬਸ ਘਮਾਉਣੀਆਂ ਹੁੰਦੀਆਂ ਵਰਡਸ ਦੇ ਉੱਪਰ। ਹਾਂਜੀ ਵੀ ਪੜ੍ਹਦੇ ਆ, ਧਿਆਨ ਰੱਖਿਓ ਜੀ ਸਾਰਿਆਂ ਨੇ। ਹਾਂਜੀ ਤਾਂ ਸਮੈਲ ਦਾ ਦੂਸਰਾ ਸਿਨੋਨਿਮ ਓਡਰਸ, ਨੋਟ ਕਰ ਲਿਓ ਜੀ। ਸਮੈਲ ਦਾ ਦੂਸਰਾ ਸਿਨੋਨਿਮ ਆ ਜੀ, ਇਹ ਰੀਡਿੰਗ ਦੇ ਵਿੱਚ ਸਮੈਲ ਦੇ ਕਾਫੀ ਸਿਨੋਨਿਮ ਲਿਖੇ। ਕਹਿੰਦੇ ਜਿਹੜੀ ਆਰਡਰ ਹੁੰਦੀ ਹੈ ਜੀ, ਕਹਿੰਦੇ ਇਹ ਵੀ ਕਹਿੰਦੇ ਕੀ ਹੈ, ਜ਼ਰੂਰੀ ਕਿਊਜ਼ ਆ ਜੀ। ਕਹਿੰਦੇ ਕਿਉਂ ਜ਼ਰੂਰੀ ਹੈ ਕਿਹਦੇ ਵਿੱਚ, ਹਾਂਜੀ ਸੋਸ਼ਲ ਬੌਂਡਿੰਗ ਦੇ ਵਿੱਚ। ਕਹਿੰਦੇ ਜਿਹੜੀ ਆਰਡਰ ਹੁੰਦੀ ਹੈ ਜੀ, ਸਮੈਲ ਹੁੰਦੀ ਆ, ਇਹ ਕਹਿੰਦੇ ਜ਼ਰੂਰੀ ਕਿਉਂ ਆ, ਕਹਿੰਦੇ ਇੱਕ ਕਿਹਦੇ ਵਿੱਚ ਜੀ, ਸੋਸ਼ਲ ਬੌਂਡਿੰਗ ਦੇ ਵਿੱਚ ਜੀ। ਤਾਂ ਇਹ ਜਿਹੜੀ ਪਹਿਲਾ ਟੌਪਿਕ ਸੈਂਟੈਂਸ ਤੋਂ ਮੈਨੂੰ ਪਤਾ ਲੱਗਿਆ ਵੀ ਇਹ ਸਮੈਲ ਨੂੰ ਕਿਹਦੇ ਨਾਲ ਜੋੜ ਰਹੇ ਆ ਜੀ, ਸੋਸ਼ਲ ਬੌਂਡਿੰਗ ਨਾਲ। ਸੋਸ਼ਲ ਦੇ ਵਿੱਚ ਕੀ ਹੁੰਦਾ ਜੀ, ਸੋਸ਼ਲ ਵਰਡ ਪਿਆ ਵਾ ਸੁਸਾਇਟੀ ਤੋਂ ਹੀ ਪਿਆ ਜੀ। ਸੁਸਾਇਟੀ ਦੇ ਵਿੱਚ ਕੌਣ ਹੁੰਦੇ ਆ ਜੀ, ਲੋਕ ਹੁੰਦੇ ਜੀ ਇੱਕ ਤਰ੍ਹਾਂ ਦੇ। ਇਹ ਕਹਿ ਰਿਹਾ ਕਿ ਜਿਹੜੀ ਸਮੈਲ ਹੁੰਦੀ ਆ ਉਹ ਕਿਤੇ ਨਾ ਕਿਤੇ ਸੁਸਾਇਟੀ ਦੇ ਨਾਲ ਆਪਾਂ ਨੂੰ ਜਾਨੀ ਕਿ ਕਨੈਕਟ ਕਰਦੀ ਆ, ਲੋਕਾਂ ਦੇ ਨਾਲ ਕਨੈਕਟ ਕਰਦੀ, ਸੋਸ਼ਲ ਬੌਂਡਿੰਗ ਇਸਟੈਬਲਿਸ਼ ਕਰਦੀ ਆ ਸਮੈਲ। ਵਨ ਰਿਸਪੋਂਡੈਂਟ, ਰਿਸਪੋਂਡੈਂਟ ਕੌਣ ਹੁੰਦਾ ਜੀ, ਜਿਹਨੇ ਰਿਸਪੌਂਡ ਕੀਤਾ, ਜਿਹੜਾ ਪਰਸਨ ਹੈ ਜੀ। ਇੱਕ ਰਿਸਪੋਂਡੈਂਟ ਸੀ ਕਹਿੰਦੇ ਸਰਵੇ ਦੇ ਵਿੱਚ, ਬਲੀਵਡ, ਉਹਦਾ ਮੰਨਣਾ ਵਾ there is no true emotional bonding। ਕਹਿੰਦਾ ਜੀ ਇਮੋਸ਼ਨਲ ਬੌਂਡਿੰਗ ਆਪਣੀ ਕਿਸੇ ਨਾਲ ਹੋ ਹੀ ਨਹੀਂ ਸਕਦੀ ਵਿਦਆਊਟ ਟੱਚਿੰਗ ਐਂਡ ਸਮੈਲਿੰਗ। ਟੱਚ ਕੀਤੇ ਬਿਨਾ ਆਪਾਂ ਕਿਸੇ ਨਾਲ ਸੋਸ਼ਲੀ ਕਨੈਕਟ ਨਹੀਂ ਹੋ ਸਕਦੇ, ਤੇ ਨਾ ਹੀ ਕਹਿੰਦੇ ਜੀ ਸਮੈਲ ਕੀਤੇ ਬਿਨਾ। ਸਮੈਲ ਯਾਨੀ ਕਿ ਲਵਡ ਵਨਸ। ਤਾਂ ਓਕੇ ਜੀ, ਮੈਂ ਇਹਦਾ ਟੌਪਿਕ ਸੈਂਟੈਂਸ ਜੇ ਹੁਣ ਹਿਸਾਬ ਲਾਵਾਂ ਤਾਂ ਕੀ ਸੱਟਾ ਨਿਕਲਿਆ ਜੀ। ਇਹ ਕੀ ਕਰ ਰਹੇ ਆ ਜੀ, ਇਹ ਸਮੈਲ ਨੂੰ ਜੋੜ ਰਹੇ ਆ ਸੋਸ਼ਲ ਬੌਂਡਿੰਗ ਦੇ ਨਾਲ। ਨੈਕਸਟ ਲਾਈਨ ਵੀ ਕੀ ਕਹਿ ਰਹੀ ਆ, ਨੈਕਸਟ ਲਾਈਨ ਵੀ ਸਮੈਲ ਕਿਹਦੇ ਨਾਲ ਜੋੜ ਰਹੀ ਆ, ਜਾਨੀ ਕਿ ਲਵਡ ਵਨ ਦੇ ਨਾਲ, ਬੌਂਡਿੰਗ ਦੇ ਨਾਲ, ਲੋਕਾਂ ਦੇ ਨਾਲ। ਅਗਲਾ ਸੈਂਟੈਂਸ ਜੇ ਮਿੰਟੋ ਮਿੰਟ ਹੀ ਆਪਾਂ ਹਾਂਜੀ ਕਨੈਕਟ ਕਰੀਏ ਤਾਂ ਬੱਚੇ ਨੂੰ ਜੋੜਿਆ ਗਿਆ ਵਾ ਉਹਦੀ ਜਾਨੀ ਕਿ ਜਿਹੜੀ ਜਾਨੀ ਕਿ ਮਦਰ ਆ ਉਹਦੀ ਸਮੈਲ ਦੇ ਨਾਲ। ਤਾਂ ਇਹ ਪੈਰਾ ਕੀ ਕਹਿਣਾ ਚਾਹੁੰਦਾ ਵਾ, ਇਹ ਪੈਰਾ ਚਾਹੁੰਦਾ ਕਿ ਇੱਕ ਪਰਸਨ ਦੂਸਰੇ ਪਰਸਨ ਦੇ ਨਾਲ ਜਿਹੜਾ ਜੁੜਿਆ ਵਾ ਉਹਦੇ ਵਿੱਚ ਵੀ ਕਹਿੰਦੇ ਸਮੈਲ ਦਾ ਹੱਥ ਹੈ ਜੀ। ਇਹ ਚੀਜ਼ ਜਾਣਨ ਲੱਗਿਆ ਆਪਾਂ ਨੂੰ ਬੜਾ ਟਾਈਮ ਨਹੀਂ ਲੱਗਿਆ, ਆਪਾਂ ਨੂੰ ਵੱਧ ਤੋਂ ਵੱਧ ਜੇ ਇਹਦੇ ਤੇ 40 ਜਾਂ 50 ਸੈਕਿੰਡ ਹੋਏ ਹੋਣੇ ਆ, ਚਲੋ ਜਾਨੀ ਕਿ 1 ਮਿੰਟ ਹੀ ਇਹਦੇ ਤੇ ਮੰਨ ਲਓ ਜੀ। ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਪੈਰਾ ਕਹਿਣਾ ਕੀ ਚਾਹੁੰਦਾ ਜੀ। ਚਲੋ ਜਾ ਕੇ ਦੇਖਦੇ ਜੀ, ਉਹਨੂੰ ਜਾ ਕੇ ਮੈਚ ਕਰਦੇ ਹਾਂ ਜੀ ਆਪਾਂ।
ਕਿ ਕੀ ਕਹਿਣਾ ਚਾਹੁੰਦੇ ਆ। ਓਕੇ ਜੀ, ਬਾਕੀ ਆਪਾਂ ਰੇਜ਼ ਕਰ ਲੈਂਦੇ ਹਾਂ ਕਿਉਂਕਿ ਐਂਡ ਵਾਲਾ ਆਪਣਾ ਹੋ ਗਿਆ। ਪਹਿਲੇ ਚ ਕਿਹਾ ਜੀ ਡਿਫਿਕਲਟੀਜ਼, ਕਿਤੇ ਨਹੀਂ ਕਿਹਾ ਜੀ ਉਹਨਾਂ ਨੇ। ਰੋਲ ਆਫ ਸਮੈਲ, ਬਿਲਕੁਲ ਇਹਨਾਂ ਨੇ ਰੋਲ ਦੀ ਗੱਲ ਕੀਤੀ ਹੈ, ਸਮੈਲ ਦਾ ਹੀ ਸੀਗਾ ਜੀ। ਪਰਸਨਲ, ਓਕੇ, ਰਿਲੇਸ਼ਨਸ਼ਿਪ, ਰਿਲੇਸ਼ਨਸ਼ਿਪ ਕਿਹਨੂੰ ਕਹਿੰਦੇ ਜੀ, ਯਾਨੀ ਕਿ ਬੌਂਡਿੰਗ ਨੂੰ। ਤੇ ਪਰਸਨਲ ਕਿਹਨੂੰ ਕਹਿ ਦਿੰਦੇ ਆ, ਲੋਕਾਂ ਦੇ ਨਾਲ ਜਿਹੜਾ ਆਪਣਾ ਰਿਲੇਸ਼ਨ ਹੁੰਦਾ। ਅੱਗੇ ਜਾ ਕੇ ਬੱਚੇ ਦਾ ਯਾਨੀ ਕਿ ਮਦਰ ਦੇ ਨਾਲ ਵੀ ਰਿਲੇਸ਼ਨ ਦਿਖਾਇਆ ਗਿਆ। ਤੁਸੀਂ ਮੈਨੂੰ ਦੱਸਿਓ ਜੀ ਕਿ ਇਹ ਹੈਗਾ ਜਾਂ ਨਹੀਂ ਹੈਗਾ। ਫਿਊਚਰ ਸਟੱਡੀ ਕਿਤੇ ਗੱਲ ਨਹੀਂ ਹੋਈ ਜੀ। ਰਿਲੇਸ਼ਨਸ਼ਿਪ ਬਿਲਕੁਲ ਜੀ ਭੁਲੇਖਾ ਪੈਣ ਲੱਗ ਗਿਆ, ਬਟ ਇੱਥੇ ਬ੍ਰੇਨ ਤੇ ਨੋਜ਼ ਦੀ ਕੋਈ ਗੱਲ ਨਹੀਂ ਹੋਈ ਜੀ। ਹਾਂਜੀ, ਇੰਟਰਪ੍ਰੀਟੇਸ਼ਨ ਆਫ ਸਮੈਲ, ਹਾਂਜੀ, ਗਰੁੱਪਸ ਦੀ ਕੋਈ ਗੱਲ ਨਹੀਂ ਹੋਈ ਜੀ। ਆਪਣੀ ਜਿਹੜੀ ਸੈਂਸ ਆਫ ਸਮੈਲ ਆ, ਕਿਉਂ ਕਹਿੰਦੇ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਰੀਜ਼ਨ ਤਾਂ ਲਿਖਿਆ ਨਹੀਂ ਜੀ ਪੈਰੇ ਚ। ਤੇ ਸਮੈਲ ਕਹਿੰਦੇ ਜੀ ਸੁਪੀਰੀਅਰ ਸੈਂਸ ਆ, ਤੇ ਇਹ ਵੀ ਆਪਣਾ ਹੈ ਨਹੀਂ ਗਾ ਜੀ। ਤਾਂ ਆਪਣਾ ਮੈਚ ਕਿਹੜਾ ਹੋਇਆ ਜੀ, ਇਹਦੇ ਵਿੱਚ ਐਕਚੁਅਲ ਦੇ ਵਿੱਚ ਸਮੈਲ ਦੇ ਰੋਲ ਨੂੰ ਕਿਹਦੇ ਨਾਲ ਜੋੜਿਆ ਗਿਆ ਵਾ, ਓਕੇ, ਪਰਸਨਲ ਰਿਲੇਸ਼ਨਸ਼ਿਪ ਦੇ ਨਾਲ। ਤੇ ਇਹਨੂੰ ਸਟਰੋਂਗ ਕਰਨ ਦੇ ਲਈ ਹੈਡਿੰਗ ਨੇ ਨੈਕਸਟ ਪੈਰੇ ਦੇ ਵਿੱਚ ਬੱਚੇ ਤੇ ਮਦਰ ਦੇ ਵਿੱਚ ਵੀ ਰਿਲੇਸ਼ਨ ਸਥਾਪਿਤ ਕੀਤਾ ਜੀ। ਤੇ ਉੱਥੇ ਪਰਸਨਲ ਰਿਲੇਸ਼ਨ, ਆ ਜਿਹੜਾ ਪਰਸਨਲ ਵਰਡ ਆ, ਜੋ ਪਰਸਨਲ ਰਿਲੇਸ਼ਨ ਆ, ਇਹ ਇੱਕ ਹੋਰ ਵਰਡ ਨੂੰ ਉਧਰ ਡਿਨੋਟ ਕਰੀ ਜਾਂਦਾ ਜੀ, ਜਿੱਥੇ ਲਿਖਿਆ ਜਾਨੀ ਕਿ ਲਵਡ ਵਨਸ। ਜੇ ਧਿਆਨ ਨਾਲ ਦੇਖੋ ਤਾਂ ਲਵਡ ਵਨ ਜਿਹੜਾ ਪਾਰਟਨਰ ਹੁੰਦਾ ਜੀ, ਤਾਂ ਉਹਦੇ ਨਾਲ ਵੀ ਕੀ ਹੁੰਦਾ ਵਾ, ਉਹਦੇ ਨਾਲ ਵੀ ਤਾਂ ਪਰਸਨਲ ਰਿਲੇਸ਼ਨਸ਼ਿਪ ਹੀ ਹੁੰਦਾ ਜੀ। ਤੇ ਅੱਗੇ ਜਾ ਕੇ ਬੱਚੇ ਨੂੰ ਮਦਰ ਦੇ ਨਾਲ ਜੋੜੀ ਜਾਂਦੇ ਆ, ਇਹ ਵੀ ਇੱਕ ਤਰ੍ਹਾਂ ਦਾ ਪਰਸਨਲ ਰਿਲੇਸ਼ਨਸ਼ਿਪ ਆ ਜੀ। ਤੇ ਹੋਲ ਪੈਰੇ ਨੂੰ ਸਟਾਰਟਿੰਗ ਦੇ ਵਿੱਚੋਂ ਕਿਹਦੀਆਂ ਗੱਲਾਂ ਕਰੀ ਜਾਂਦੇ ਆ ਜੀ, ਸਮੈਲ ਨੂੰ ਸੋਸ਼ਲ ਬੌਂਡਿੰਗ ਦੇ ਨਾਲ, ਯਾਨੀ ਕਿ ਰਿਲੇਸ਼ਨਸ਼ਿਪ ਦੇ ਨਾਲ ਜੋੜਿਆ ਗਿਆ। ਤਾਂ ਇਹ ਵੀ ਆਪਣਾ ਕਹਿੰਦੇ ਤੋਂ ਆਇਆ ਜੀ, ਆਪਣਾ ਟੌਪਿਕ ਸੈਂਟੈਂਸ ਤੋਂ ਇਹਨਾਂ ਨੇ ਆਪਣਾ ਲਾਇਆ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਹਾਲੇ ਤੱਕ ਜੋ ਹੈਡਿੰਗਸ ਆ ਉਹ ਸੌਖੀਆਂ ਚੱਲੀ ਜਾਂਦੀਆਂ ਜੀ। ਅੱਗੇ ਮੂਵ ਹੁੰਨੇ ਆ, ਸੀ ਦੇ ਉੱਪਰ ਜਾਂਦੇ ਆ। ਸੀ ਤੇ ਕੀ ਕਿਹਾ ਜੀ ਇਹਨਾਂ ਨੇ ਆਪਾਂ ਨੂੰ, ਕਹਿੰਦੇ ਜੀ ਇਨ ਸਪਾਈਟ ਆਫ ਇਟਸ ਇੰਪੋਰਟੈਂਸ। ਧਿਆਨ ਨਾਲ ਦੇਖੋ, ਇਨ ਸਪਾਈਟ ਤੋਂ ਬਾਅਦ ਚੋਂ ਹਮੇਸ਼ਾ ਇੱਕ ਨਾਉਨ ਲੱਗਦਾ ਹੁੰਦਾ, ਮੈਂ ਤੁਹਾਨੂੰ ਕਹਿਣਾ ਹੁਣ, ਜਾਂ ਫਿਰ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਲੱਗਦੀ ਹੁੰਦੀ ਹੈ। ਧਿਆਨ ਨਾਲ ਦੇਖਿਓ ਜੀ, ਤੁਸੀਂ ਪਿਛਲੀ ਲਾਈਨ ਦੇ ਵਿੱਚ ਕਹਿ ਰਹੇ ਹੋ ਕਿ ਜੀ ਫਾਸਟ ਫੂਡ ਜਿਹੜਾ ਹੈਗਾ ਵਾ ਜੀ, ਉਹ ਕਾਫੀ ਜ਼ਿਆਦਾ ਮਹਿੰਗਾ ਵਾ ਜੀ, ਤੇ ਕਾਫੀ ਜ਼ਿਆਦਾ ਯਾਨੀ ਕਿ ਡਿਜ਼ੀਜ਼ ਪੈਦਾ ਕਰਦਾ। ਅੱਗੇ ਹੁਣ ਤੁਸੀਂ ਸੈਂਟੈਂਸ ਨੂੰ ਇਹਦੇ ਨਾਲ ਕਨੈਕਟ ਕਰਨਾ ਚਾਹੁੰਦੇ ਹੋ, ਨੈਗੇਟਿਵ ਪੁਆਇੰਟ ਲਿਖਣਾ ਚਾਹੁੰਦੇ ਹੋ ਫਾਸਟ ਫੂਡ ਬਾਰੇ, ਤੁਸੀਂ ਸਟਾਰਟਿੰਗ ਚ ਲਿਖ ਸਕਦੇ ਹੋ ਇਨ ਸਪਾਈਟ ਆਫ, ਇਨ ਸਪਾਈਟ ਆਫ ਇਟਸ। ਆਹ ਵਰਡ ਕਿਹਨੂੰ ਡਿਨੋਟ ਕਰੂਗਾ, ਪਿਛਲੀ ਲਾਈਨ ਚ ਫਾਸਟ ਫੂਡ ਵੱਲ ਜਾਊਗਾ ਜੀ। ਏਦਾਂ ਕਨੈਕਟੀਵਿਟੀ ਟਾਸਕ 2 ਦੇ ਵਿੱਚ ਪੈਦਾ ਹੋ ਸਕਦੀ ਹੈ। ਤੁਸੀਂ ਅੱਗੇ ਕਹਿਣਾ ਚਾਹੁੰਦੇ ਸੀ ਕਿ ਜੀ ਇਹਦੇ ਸਸਤਾ ਹੋਣ ਦੇ ਬਾਵਜੂਦ ਵੀ ਲੋਕੀ ਕੀ ਆ, ਜੋ ਵੀ ਤੁਹਾਡੀ ਗੱਲ ਲਾਈਨ ਆ, ਤਾਂ ਇਹ ਇੱਕ ਟਾਸਕ 2 ਦਾ ਕਨੈਕਟਰ ਹੈ ਜੀ। ਚਲੋ ਹੁਣ ਰੀਡਿੰਗ ਤੇ ਵਾਪਸ ਆਉਂਦੇ ਆ। ਕੀ ਕਹਿੰਦੇ ਜੀ, ਕਹਿੰਦੇ ਇਨ ਸਪਾਈਟ ਆਫ ਇਟਸ ਇੰਪੋਰਟੈਂਸ ਟੂ ਆਵਰ ਇਮੋਸ਼ਨਲ ਐਂਡ ਸੈਂਸਰੀ ਲਾਈਫ। ਹੁਣ ਨੈਚੁਰਲ ਦੀ ਗੱਲ ਹੈ ਜੀ, ਜਦੋਂ ਹੀ ਇਹ ਕਨੈਕਟਰ ਮੈਂ ਦੇਖਿਆ, ਕਨੈਕਟਰ ਦੇਖਦਿਆਂ ਸਾਰੀ 1 ਸੈਕਿੰਡ ਦਾ ਵੀ ਜੇ ਮੈਂ ਹਾਫ ਸੈਕਿੰਡ ਕਰ ਦਵਾਂ ਤਾਂ ਮੈਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਪੈਰਾਗ੍ਰਾਫ ਸੀ ਪੈਰਾਗ੍ਰਾਫ ਬੀ ਦੇ ਆਪੋਜ਼ਿਟ ਹੈ ਜੀ। ਪੈਰਾਗ੍ਰਾਫ ਸੀ ਪੈਰਾਗ੍ਰਾਫ ਬੀ ਦੇ ਆਪੋਜ਼ਿਟ ਹੈ ਜੀ। ਕਿਵੇਂ ਪਤਾ ਲੱਗਿਆ ਜੀ, ਪਾਵਰ ਆਫ ਕਨੈਕਟੀਵਿਟੀ ਨਾਲ। ਪਾਵਰ ਆਫ ਕਨੈਕਟੀਵਿਟੀ ਤਾਂ ਵਰਡਸ ਤੋਂ ਹੀ ਆਉਂਦੀ ਹੈ ਨਾ ਜੀ। ਜਦੋਂ ਹੀ ਆਹ ਵਰਡ ਦੇਖਿਆ, ਦੇਖੋ ਤੁਸੀਂ ਜਦੋਂ ਬੀਪੀ ਦੇ ਵਿੱਚ ਆਹ ਵਰਡ ਲਿਖਦੇ ਹੋ, ਤੁਸੀਂ ਸਮਝਦੇ ਹੁੰਨੇ ਹੋ ਕਿ ਜੀ BP2 ਸਾਡਾ BP1 ਦੇ ਕੰਟਰਾਡਿਕਟਰੀ ਆ। ਤੁਹਾਨੂੰ ਕਿਵੇਂ ਪਤਾ ਲੱਗਦਾ ਹੁੰਦਾ, ਤੁਹਾਨੂੰ ਕਨੈਕਟਰਾਂ ਤੋਂ ਹੀ ਪਤਾ ਲੱਗਦਾ ਹੁੰਦਾ ਜੀ। ਸੇਮ ਮੈਂ ਰੀਡਿੰਗ ਦੇ ਵਿੱਚ ਕਰ ਰਿਹਾ ਜੀ। ਜਦੋਂ ਹੀ ਮੈਂ ਸਟਾਰਟਿੰਗ ਵਾਲੇ 3 ਵਰਡ ਦੇਖੇ ਤਾਂ ਮੈਨੂੰ ਪਤਾ ਲੱਗ ਗਿਆ ਕਿ ਪੈਰਾਗ੍ਰਾਫ ਬੀ ਦੇ ਆਪੋਜ਼ਿਟ ਪੈਰਾਗ੍ਰਾਫ ਸੀ ਹੈ ਜੀ। ਹੁਣ ਪੈਰਾਗ੍ਰਾਫ ਬੀ ਦੇ ਵਿੱਚ ਸਮੈਲ ਨੂੰ ਤਾਂ ਚੰਗਾ ਕਿਹਾ ਗਿਆ ਜੀ, ਉਹਦੇ ਰੋਲ ਦੀ ਗੱਲ ਕੀਤੀ ਗਈ ਆ। ਇਹਦਾ ਮਤਲਬ ਪੈਰਾਗ੍ਰਾਫ ਸੀ ਦੇ ਵਿੱਚ ਪੱਕਾ ਇਹਨੂੰ ਕਿਤੇ ਨਾ ਕਿਤੇ ਮਾੜਾ ਕਿਹਾ ਗਿਆ ਹੋਣਾ ਜੀ। ਹੁਣ ਦੇਖ ਲੈਂਦੇ ਆਪਾਂ ਜੀ, ਵੈਰੀਫਾਈ ਕਰਦੇ ਹਾਂ ਆਪਾਂ। ਹਾਲੇ ਤੱਕ ਆਪਾਂ ਵਰਡ ਪੜਿਆ, ਹੁਣ ਆਪਾਂ ਗੈਸ ਲਾਇਆ ਵਾ, ਅੱਗੇ ਜਾ ਕੇ ਦੇਖਦੇ ਵੀ ਕੀ ਸੱਚ ਹੁੰਦਾ ਜੀ। ਕਹਿੰਦੇ ਜੀ ਇਹਦੀ ਕਹਿੰਦੇ ਇੰਪੋਰਟੈਂਸ ਹੋਣ ਦੇ ਬਾਵਜੂਦ ਵੀ ਆਪਣੀਆਂ ਇਮੋਸ਼ਨਲ, ਆ ਦੇਖੋ ਜਾਨੀ ਕਿ ਪੈਰਾਗ੍ਰਾਫ ਬੀ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਇਮੋਸ਼ਨਲ ਫੀਲਿੰਗਸ ਦੇ ਨਾਲ ਜੁੜੀ ਹੈ। ਕਹਿੰਦੇ ਜੀ ਕੀ ਕਹਿੰਦੇ ਹੁਣ ਸੀ ਦੇ ਵਿੱਚ, ਕਹਿੰਦੇ ਜੀ ਇਮੋਸ਼ਨਲ ਤੇ ਸੈਂਸਰੀ ਲਾਈਫ ਦੇ ਵਿੱਚ ਇਹਦੀ ਇੰਪੋਰਟੈਂਸ ਹੋਣ ਦੇ ਬਾਵਜੂਦ ਵੀ ਸਮੈਲ ਜਿਹੜੀ ਹੁੰਦੀ ਹੈ ਜੀ, ਉਹ ਪ੍ਰੋਬੇਬਲੀ ਕਹਿੰਦੇ ਮੋਸਟ ਅੰਡਰ ਵੈਲਿਊਡ ਜਾਨੀ ਕਿ ਸੈਂਸ ਆ ਵੀ ਲੋਕਾਂ ਨੂੰ ਇਹਦੀ ਵੈਲਿਊ ਦਾ ਮਤਲਬ ਨਹੀਂ ਪਤਾ। ਬਿਲਕੁਲ ਜੀ, ਹੁਣ ਦੇਖੋ ਜਿਹੜੀ ਲੈਂਗੁਏਜ ਆ ਉਹ ਆਪੋਜ਼ਿਟ ਕੰਮ ਕਰਦੀ। ਤਾਂ ਕਹਿੰਦੇ ਜੀ ਇਹਦੀ ਕਹਿੰਦੇ ਇੰਪੋਰਟੈਂਸ ਇਹਨਾਂ 2 ਚੀਜ਼ਾਂ ਦੇ ਵਿੱਚ ਹੋਣ ਦੇ ਬਾਵਜੂਦ ਵੀ, ਇਹ 2 ਚੀਜ਼ਾਂ ਕਿੱਥੇ ਲਿਖੀਆਂ, ਇਹ ਕਦੇ ਨਾ ਹੁਣ ਦੇਖਿਓ ਵੀ ਇਹ ਸੀਏ ਨੂੰ ਸਪੋਰਟ ਕਰੀ ਜਾਂਦਾ।
ਇਹ ਦੋ ਕੀਵਰਡ ਪੈਰਾਗ੍ਰਾਫ ਸੀ ਨੇ ਬੀ ਦੇ ਵਿੱਚੋਂ ਚੱਕ ਕੇ ਲਿਆਂਦੇ ਆ ਹੁਣੀ, ਇਹ ਦੋਨੇ ਚੀਜ਼ਾਂ ਬੀ ਪੈਰਾਗ੍ਰਾਫ ਦੇ ਵਿੱਚ ਦਿੱਤੀਆਂ ਗਈਆਂ ਜੀ। ਆਹ ਜਿਹੜੀ ਤੁਸੀਂ ਲਾਈਨ ਜਦੋਂ ਏਦਾਂ ਦੀ ਕੋਈ ਲਾਈਨ ਦੇਖੋ ਨਾ, ਆਹ ਟੁਕੜਾ ਜਿਹੜਾ ਹੁੰਦਾ ਇਹ ਤਾਂ ਪੈਰਾਗ੍ਰਾਫ ਬੀ ਦੀ ਸਪੋਰਟ ਵਿੱਚ ਆ। ਤੁਹਾਡਾ ਪੈਰਾਗ੍ਰਾਫ ਸੀ ਕਿੱਥੋਂ ਸਟਾਰਟ ਹੋਊਗਾ, ਉਹ ਤਾਂ ਜੇ ਗਾਉਂ ਸਟਾਰਟ ਹੋਊਗਾ ਜੀ। ਕਹਿੰਦੇ ਜੀ ਆਹ ਦੋਵਾਂ ਚੀਜ਼ਾਂ ਦੇ ਵਿੱਚ ਇਹਦੀ ਜਾਣੀ ਕਿ ਵੈਲਿਊ ਹੋਣ ਦੇ ਬਾਵਜੂਦ ਵੀ ਸਮੈਲ ਕਹਿੰਦੇ ਸਭ ਤੋਂ ਜ਼ਿਆਦਾ ਅੰਡਰ ਵੈਲਿਊਡ ਸੈਂਸ ਆ, ਵੀ ਇਹਦੀ ਕਹਿੰਦੇ ਕਦਰ ਨਹੀਂ ਹੈਗੀ, ਨਾ ਹੀ ਇਹਨੂੰ ਕਹਿੰਦੇ ਆਪਾਂ ਇੰਨਾ ਸਮਝਦੇ ਆ ਕਾਫੀ ਜ਼ਿਆਦਾ ਕਲਚਰਾਂ ਦੇ ਵਿੱਚ। ਹੁਣ ਪੈਰਾਗ੍ਰਾਫ ਸੀ ਤੇ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਇਹ ਕਹਿਣਾ ਚਾਹੁੰਦਾ ਵਾ ਕਿ ਜੀ ਕਾਫੀ ਜ਼ਿਆਦਾ ਕਲਚਰਾਂ ਦੇ ਵਿੱਚ ਜਿਹੜੀ ਸਮੈਲ ਆ ਉਹਦੀ ਲੋਕੀ ਵੈਲਿਊ ਨਹੀਂ ਕਰਦੇ। ਦਾ ਰੀਜ਼ਨ ਅੱਗੇ ਰੀਜ਼ਨ ਲਿਖਿਆ ਪਿਆ ਜੀ, ਰੀਜ਼ਨ ਕਾਹਦਾ ਕਿ ਅੰਡਰ ਵੈਲਿਊਡ ਕਾਹਤੋਂ ਆ ਜੀ। ਦਾ ਰੀਜ਼ਨ ਆਫਨ ਗਿਵਨ ਕਹਿੰਦੇ ਜਿਹੜਾ ਕਾਰਨ ਦਿੱਤਾ ਗਿਆ ਵਾ ਜੀ, ਉਹ ਕਿਹੜੀ ਚੀਜ਼ ਨੂੰ ਦਿੱਤਾ ਗਿਆ, ਕਿਹੜੀ ਚੀਜ਼ ਕਾਰਨ ਸਮਝੀ ਗਈ ਆ। ਲੋਅਰ ਜਿਹੜਾ ਲੋ ਰਿਗਾਰਡ ਦਾ ਕਾਰਨ ਆ ਉਹ ਕੀ ਹੈ ਜੀ, ਇਨ ਵਿਚ ਸਮੈਲ ਇਜ਼ ਹੈਲਡ ਇਜ਼ ਦੈਟ ਕਿਹੜਾ ਵਾ ਜੀ, ਕਹਿੰਦੇ ਇਨ ਕੰਪੈਰੀਜ਼ਨ ਵਿਦ ਇਟਸ ਇੰਪੋਰਟੈਂਸ ਅਮੰਗ ਐਨੀਮਲਸ। ਜੇ ਆਪਾਂ ਜਾਨਵਰਾਂ ਦੇ ਨਾਲ ਇਹਨੂੰ ਕੰਪੇਅਰ ਕਰੀਏ, ਹਿਊਮਨ ਦੀ ਜਿਹੜੀ ਸੈਂਸ ਹੁੰਦੀ ਆ ਸਮੈਲ ਕਰਨ ਦੀ ਉਹ ਬੜੀ ਫੀਬਲ ਹੁੰਦੀ ਆ। ਫੀਬਲ ਨੋਟ ਕਰ ਲਓ ਜੀ, ਫੀਬਲ ਦਾ ਮਤਲਬ ਵੀਕ। ਹਾਂਜੀ, ਉਹ ਕਹਿੰਦੇ ਕਿ ਵਲਨਰੇਬਲ, ਅੰਡਰ ਡਿਵੈਲਪਡ, ਜਿਹੜੀ ਡਿਵੈਲਪ ਹੀ ਨਾ ਹੋਈ ਹੋਵੇ। ਅੱਛਾ ਹੁਣ ਧਿਆਨ ਨਾਲ ਦੇਖਿਓ ਜੀ, ਇਹ ਆਪਾਂ ਨੂੰ ਸਾਰੀ ਗੇਮ ਪਤਾ ਲੱਗ ਗਈ। ਪਹਿਲਾਂ ਤਾਂ ਆਪਾਂ ਨੂੰ ਇੱਕ ਕਨੈਕਟਿਵ ਵਰਡ ਤੋਂ ਪਤਾ ਲੱਗਿਆ ਜੀ ਕਿ ਇਹ ਸੀ ਦੇ ਆਪੋਜ਼ਿਟ। ਕਹਿੰਦੇ ਜੀ ਆਹ ਦੋਵਾਂ ਚੀਜ਼ਾਂ ਦੇ ਵਿੱਚ ਇਹਦੀ ਇੰਪੋਰਟੈਂਸ ਹੋਣ ਦੇ ਬਾਵਜੂਦ ਵੀ ਸਮੈਲ ਨੂੰ ਬਹੁਤ ਕਲਚਰਾਂ ਦੇ ਵਿੱਚ ਵਧੀਆ ਨਹੀਂ ਮੰਨਿਆ ਜਾਂਦਾ। ਰੀਜ਼ਨ ਇਹਦਾ ਕੀ ਹੈ ਜੀ, ਕਹਿੰਦੇ ਰੀਜ਼ਨ ਇਹਦਾ ਇਹ ਆ ਕਿ ਜੀ ਇਹਨੂੰ ਜੇ ਜਾਨਵਰਾਂ ਨਾਲ ਕੰਪੇਅਰ ਕਰ ਲਈਏ ਆਪਾਂ ਤਾਂ ਇੱਕ ਪਰਸਨ ਦੀ ਜਿਹੜੀ ਸਮੈਲ ਆ ਉਹ ਹਜੇ ਤੱਕ ਬਹੁਤ ਕਮਜ਼ੋਰ ਆ ਤੇ ਡਿਵੈਲਪ ਵੀ ਨਹੀਂ ਹੋਈ। ਇਹ ਦੋਵਾਂ ਕਾਰਨਾਂ ਕਰਕੇ ਹੀ ਲੋਕੀ ਸਮੈਲ ਨੂੰ ਕਾਫੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ। ਜਾ ਕੇ ਮੈਚ ਕਰਦੇ ਜੀ ਆਪਾਂ। ਤਾਂ ਪਹਿਲੇ ਚ ਕਹਿੰਦੇ ਡਿਫਿਕਲਟੀ ਆਫ ਟਾਕਿੰਗ ਅਬਾਊਟ ਸੈਂਸ, ਕਹਿੰਦੇ ਜੀ ਓਕੇ ਸਮੈਲ ਦੇ ਬਾਰੇ ਕਹਿੰਦੇ ਜੀ ਯਾਨੀ ਕਿ ਗੱਲਾਂ ਕਰਨ ਦੇ ਵਿੱਚ ਕਠਿਨਾਈ ਆਉਂਦੀ ਆ, ਡਿਫਿਕਲਟ ਗੱਲਾਂ ਤਾਂ ਕਰਨ ਚ ਕਿਹਾ ਹੀ ਨਹੀਂ ਜੀ ਉਹਨਾਂ। ਆਹ ਆਪਣਾ ਪਹਿਲਾਂ ਹੀ ਹੋ ਗਿਆ ਜੀ। ਫਿਊਚਰ ਸਟੱਡੀ ਦੀ ਕਿਤੇ ਗੱਲ ਨਹੀਂ ਹੋਈ। ਰਿਲੇਸ਼ਨਸ਼ਿਪ ਬਿਟਵੀਨ ਬ੍ਰੇਨ ਤੇ ਨੋਜ਼ ਦਾ ਤਾਂ ਕਿਤੇ ਨਹੀਂ ਕਿਹਾ ਜੀ। ਇੰਟਰਪ੍ਰੀਟੇਸ਼ਨ ਆਫ ਸਮੈਲ, ਹਾਂਜੀ ਗਰੁੱਪ ਤਾਂ ਵੰਡੇ ਨਹੀਂ ਜੀ ਉਹਨਾਂ ਨੇ। ਕਿਉਂ ਕਹਿੰਦੇ ਆਪਣੀ ਜਿਹੜੀ ਸੈਂਸ ਆਫ ਸਮੈਲ ਆ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ। ਤਾਂ ਬਿਲਕੁਲ ਜੀ ਤੁਹਾਡੇ ਪੈਰੇ ਦੇ ਵਿੱਚ ਆਹ ਵਾਲੀ ਹੈਡਿੰਗ ਦਾ ਰੀਜ਼ਨ ਲਿਖਿਆ ਪਿਆ, ਜਾ ਕੇ ਪੜ੍ਹ ਕੇ ਦੇਖੋ ਜੀ। ਜਿਹੜਾ ਆਪਾਂ ਹੁਣ ਰੀਜ਼ਨ ਪੜ੍ਹ ਕੇ ਆਏ ਆ ਉਹ ਕਿਹੜੀ ਚੀਜ਼ ਦਾ ਵਾ, ਉਹ ਪੈਰੇ 'ਚ ਕੀ ਲਿਖਿਆ ਗਿਆ। ਉਹ ਪੈਰਾ ਆਪਾਂ ਨੂੰ ਦੱਸਦਾ ਸੀ ਕਿ ਸਮੈਲ ਦੀ ਵੈਲਿਊ ਕਿਉਂ ਨਹੀਂ ਕੀਤੀ ਜਾਂਦੀ, ਤੇ ਬਾਅਦ ਚੋਂ ਉਹਦਾ ਰੀਜ਼ਨ ਲਿਖਿਆ ਪਿਆ। ਤੇ ਹੈਡਿੰਗ ਕਿਹੜੀ ਮੈਚ ਹੋਈ ਕਿ ਆਪਣੀ ਜਿਹੜੀ ਸਮੈਲ ਆ ਉਹਨੂੰ ਐਪਰੀਸ਼ੀਏਟ ਕਾਹਤੋਂ ਨਹੀਂ ਕੀਤਾ ਜਾਂਦਾ, ਤੇ ਉਹ ਪੈਰੇ ਵਿੱਚ ਇਹ ਚੀਜ਼ ਦਾ ਰੀਜ਼ਨ ਲਿਖਿਆ ਪਿਆ ਜੀ। ਤੇ ਇਹਦਾ ਮਤਲਬ ਹੈਡਿੰਗ ਕਿਹੜੀ ਮੈਚ ਹੋ ਗਈ ਜੀ, 6ਵੇਂ ਨੰਬਰ ਵਾਲੀ ਹੈਡਿੰਗ ਆਪਣੀ ਜਿਹੜੀ ਉਹ ਮੈਚ ਹੋ ਗਈ। ਸੁਪੀਰੀਅਰ ਤਾਂ ਹੈ ਹੀ ਨਹੀਂ ਜੀ, ਉਹ ਪੈਰੇ ਵਿੱਚ ਥੋੜੀ ਕਿਹਾ ਗਿਆ ਕਿ ਉਹ ਸੁਪੀਰੀਅਰ ਆ, ਉਹਦੇ ਵਿੱਚ ਉਹਨੂੰ ਮਾੜਾ ਕਿਹਾ ਗਿਆ ਵਾ ਜੀ। ਜਿਹੜਾ ਫੀਬਲ ਵਰਡ ਆ ਉਹ ਸੁਪੀਰੀਅਰ ਦੇ ਆਪੋਜ਼ਿਟ ਆ ਜੀ। ਓਕੇ ਜੀ, ਤਾਂ ਇੱਥੋਂ ਤੱਕ ਆਪਣਾ ਸਾਰਾ ਕੁਝ ਸਮੂਥ ਚੱਲੀ ਜਾਂਦਾ ਜੀ। ਹੁਣ ਤੱਕ ਅੱਗੇ ਜਾ ਕੇ ਦੇਖਦੇ ਹਾਂ ਜੀ ਕਿ ਕੀ ਕਹਿੰਦੇ ਜੀ। ਡੀ ਦੇ ਵਿੱਚ ਜਾਂਦੇ ਆ ਜੀ। ਤੇ ਡੀ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਕਿਹਾ ਜਿਹੜੀ ਸਮੈਲ ਹੁੰਦੀ ਹੈ ਜੀ, ਹਾਊਐਵਰ ਆਹ ਇੱਕ ਐਮਫੀਥੈਟਿਕ ਸੈਂਟੈਂਸ ਹੈ ਜੀ। ਇਹ ਇੱਕ ਐਮਫੀਥੈਟਿਕ ਸੈਂਟੈਂਸ ਆ ਜਿਹਦੇ ਵਿੱਚ ਜਿਹੜਾ ਕਨੈਕਟਰ, ਜਿਹੜਾ ਆਪਣਾ ਕੋਈ ਨਾ ਕੋਈ ਕਨੈਕਟਰ ਹੁੰਦਾ ਵਾ, ਜਿਹੜਾ ਉਹਨੂੰ ਆਪਾਂ ਲਿਖਣਾ ਤਾਂ ਇਦਾਂ ਹੁੰਦਾ ਵਾ। ਸਭ ਤੋਂ ਪਹਿਲਾਂ ਆਪਣਾ ਕੋਈ ਕਨੈਕਟਰ ਹੁੰਦਾ ਜੀ, ਫਿਰ ਕੌਮਾ ਹੁੰਦਾ, ਫਿਰ ਆਪਣਾ ਆਹ ਸੈਂਟੈਂਸ ਹੁੰਦਾ ਜੀ। ਆਹ ਆਪਣੀ ਸਟਰਕਚਰ ਹੁੰਦੀ ਹੈ। ਇਹ ਸੈਂਟੈਂਸ ਦੇ ਵਿੱਚ ਕੀ ਹੋ ਜਾਂਦਾ ਹੁੰਦਾ ਜੀ, ਇਹਦੇ ਵਿੱਚ ਸਬਜੈਕਟ ਲਿਖ ਕੇ ਬਾਅਦ ਚੋਂ ਕੌਮਾ ਪਾ ਕੇ ਉਹ ਕਨੈਕਟਰ ਲਿਖਿਆ ਜਾਂਦਾ ਹੁੰਦਾ ਜੀ, ਤੇ ਬਾਅਦ ਚੋਂ ਕੌਮਾ ਬੰਦ, ਬਾਅਦ ਚੋਂ ਵਰਬ ਤੇ ਆਬਜੈਕਟ, ਜਾਨੀ ਕਿ ਆਹ ਵਾਲਾ ਕਨੈਕਟਰ ਇਹਨਾਂ ਦੇ ਵਿੱਚ ਆ ਜਾਂਦਾ ਹੁੰਦਾ, ਸਬਜੈਕਟ ਤੇ ਵਰਬ ਦੇ ਵਿੱਚ। ਜਿਵੇਂ ਵੈਸੇ ਹਾਊਐਵਰ ਜਿਹੜਾ ਹੈਗਾ ਉਹ ਸਟਾਰਟਿੰਗ ਤੇ ਲਿਖਣਾ ਚਾਹੀਦਾ ਸੀ, ਇਹਨਾਂ ਨੇ ਕੀ ਚ ਲਿਖਿਆ, ਆਹ ਸਬਜੈਕਟ ਪਿਆ ਵਾ, ਆਹ ਇਹਦੀ ਵਰਬ ਪਈ ਹੈ ਜੀ, ਵਿੱਚ ਆਇਆ ਜੀ। ਇਹ ਕਦੋਂ ਲਿਖਿਆ ਜਾਂਦਾ ਹੁੰਦਾ, ਜਦੋਂ ਜ਼ੋਰ ਦੇਣਾ ਹੋਵੇ ਕਿਸੇ ਚੀਜ਼। ਕਹਿੰਦੇ ਜੀ ਸਮੈਲ ਪਰ, ਕਹਿੰਦੇ ਜੀ ਇੱਥੇ ਹੁਣ ਜ਼ੋਰ ਦੇ ਰਹੇ ਆ, ਸਮੈਲ ਤੇ ਜ਼ੋਰ ਦੇ ਰਹੇ ਆ। ਕਹਿੰਦੇ ਜੀ ਪਰ ਕਹਿੰਦੇ ਸਮੈਲ ਆ ਜਿਹੜੀ ਉਹ ਹਾਈਲੀ ਓਕੇ ਅਲਿਊਸਿਵ ਓਕੇ ਫਿਨੋਮੀਨਨ, ਅਲਿਊਸਿਵ। ਜੇ ਇਹਦਾ ਮੀਨਿੰਗ ਇੱਕ ਪਲ ਲਈ ਨਹੀਂ ਵੀ ਪਤਾ ਤਾਂ ਡੋਂਟ ਵਰੀ। ਕਹਿੰਦੇ ਪਰ ਜਿਹੜੀ ਜੀ ਸਮੈਲ ਆ ਉਹ ਹਾਈਲੀ ਅਲਿਊਸਿਵ ਉਹ ਕਹਿੰਦੇ ਕਿ ਫਿਨੋਮੀਨਨ ਆ। ਜੇ ਇੱਥੋਂ ਕੁਝ ਵੀ ਨਹੀਂ ਪਤਾ ਲੱਗਿਆ ਤਾਂ ਗਾਂ ਚੱਲਦੇ ਆ ਜੀ। ਕਹਿੰਦੇ ਜਿਹੜੀ ਸਮੈਲ ਹੁੰਦੀ ਹੈ ਜੀ, ਆ ਜਾਣੀ ਕਿ ਸਿਨੋਨਿਮ ਆ ਜੀ, ਆਡਰ ਸਮੈਲ ਦਾ ਸਿਨੋਨਿਮ ਆ ਜੀ। ਕਹਿੰਦੇ ਜਿਹੜੀ ਸਮੈਲ ਹੁੰਦੀ ਆ, ਕਹਿੰਦੇ ਜੀ ਕਲਰ ਦੇ ਵਾਂਗੂ ਨਹੀਂ ਅੱਗੇ, ਹਾਂਜੀ ਧਿਆਨ ਨਾਲ ਦੇਖੋ ਜੀ। ਇਹਨੂੰ ਆਹ ਵਾਲੀ ਚੀਜ਼ ਵੀ ਆਪਾਂ ਵੈਸੇ ਸਟਾਰਟਿੰਗ ਤੇ ਲਿਖਦੇ ਹੁੰਨੇ ਆ, ਇਹ ਇਦਾਂ ਲਿਖਣਾ ਸੀ ਇਹਨਾਂ ਨੇ, ਅਨਲਾਈਕ ਕਲਰਸ ਫਿਰ ਕੌਮਾ ਪਾ ਕੇ, ਤੇ ਫਿਰ ਇਹਨਾਂ ਨੇ ਆਹ ਵਾਲਾ ਕਨੈਕਟਰ ਲਿਖਣਾ ਸੀ, ਫॉर ਇੰਸਟੈਂਸ। ਇਹਨਾਂ ਨੇ ਕੀ ਕੀਤਾ, ਧਿਆਨ ਨਾਲ ਦੇਖਿਓ,
ਆਹ ਵਾਲੇ ਸੈਂਟੈਂਸ ਨੂੰ ਐਮਫੈਥੈਟਿਕ ਸੈਂਟੈਂਸ ਬਣਾਤਾ ਜੀ ਇਹਨਾਂ ਨੇ, ਵਿੱਚ ਲਿਖਤੀਆਂ ਦੋਨੇ ਚੀਜ਼ਾਂ। ਕਹਿੰਦੇ ਜਿਹੜੀ ਸਮੈਲ ਹੁੰਦੀ ਆ ਪਰ ਕਲਰਸ ਦੇ ਵਾਂਗੂ ਨਹੀਂ ਉਹ ਕਹਿੰਦੇ। ਫੋਰ ਐਗਜ਼ਾਮਪਲ ਕਹਿੰਦੇ ਕਾਂਟ ਬੀ ਨੇਮਡ, ਕਹਿੰਦੇ ਜਿਹੜੀ ਸਮੈਲ ਹੁੰਦੀ, ਜਿਹੜੀ ਉਡਰ ਹੁੰਦੀ ਆ ਜੀ, ਉਹਦਾ ਨਾਮ ਨਹੀਂ ਰੱਖਿਆ ਜਾ ਸਕਦਾ ਜੀ। ਕਾਫੀ ਲੈਂਗੁਏਜਸ ਦੇ ਵਿੱਚ ਇਹਦਾ ਨਾਮ ਨਹੀਂ ਹੈਗਾ ਜੀ, ਇਹਦੇ ਲਈ ਸਪੈਸੀਫਿਕ ਵੋਕੈਬਲਰੀ ਨਹੀਂ ਹੈਗੀ ਜੀ। ਕਹਿੰਦੇ ਇਹਦੀ ਵੋਕੈਬਲਰੀ ਸਿੰਪਲੀ ਡਸ ਨਾਟ ਐਗਜ਼ਿਸਟ, ਕਹਿੰਦੇ ਜੀ ਇਹਦੀ ਵੋਕੈਬ ਹੀ ਹੈ ਨਹੀਂ। ਕਹਿੰਦੇ ਲੋਕੀ ਕਿਵੇਂ ਜੇ ਕਹਿੰਦੇ ਹੁੰਦੇ, ਮੰਨ ਕੇ ਚਲੋ ਆਪਾਂ ਨੂੰ ਕਿਤੇ ਕਿਤੇ ਸਮੈਲ ਆਈ ਜਾਂਦੀ ਆ, ਆਪਾਂ ਉਹਦਾ ਨਾਮ ਥੋੜੀ ਲੈਂਦੇ ਹੁੰਦੇ ਅੱਜ ਤੱਕ। ਆਪਾਂ ਕੀ ਕਹਿੰਦੇ ਹੁੰਦੇ ਆ ਕਿ ਇਟ ਸਮੈਲਸ ਲਾਈਕ, ਜਾਂ ਆਪਾਂ ਕਹਿੰਦੇ ਵੀ ਸਮੈਲ ਆਉਂਦੀ ਆ, ਬਟ ਉਹਦਾ ਇੱਕ ਪ੍ਰੋਪਰ ਨਾਮ ਤਾਂ ਹੁੰਦਾ ਹੀ ਨਹੀਂ ਆਪਣੇ ਕੋਲੇ। ਆਪਣੇ ਕੋਲੇ ਵੱਖੋ ਵੱਖਰੀਆਂ ਸਮੈਲ ਦੇ ਨਾਮ ਤਾਂ ਹੈ ਹੀ ਨਹੀਂ। ਤਾਂ ਇਹ ਪੈਰਾ ਕਿਹਦੇ ਤੇ ਫੋਕਸ ਕਰ ਰਿਹਾ ਵਾ? ਇਹ ਪੈਰਾ ਫੋਕਸ ਕਰ ਰਿਹਾ ਜੀ ਕਿ ਆਪਣੇ ਕੋਲੇ ਸਮੈਲ ਨੂੰ ਲੈ ਕੇ ਵੋਕੈਬਲਰੀ ਨਹੀਂ ਹੈਗੀ ਗੀ। ਅਗਲੀ ਲਾਈਨ 'ਚ ਇਹਨਾਂ ਨੇ ਕਿਹਾ ਸਟਰਗਲਿੰਗ, ਕਹਿੰਦੇ ਜੀ ਪਰੇਸ਼ਾਨੀ ਆਉਂਦੀ ਆ। ਕਾਹਦੀ ਪਰੇਸ਼ਾਨੀ? ਜੇ ਆਪਾਂ ਨੂੰ ਐਕਸਪ੍ਰੈਸ ਕਰਨਾ ਹੋਵੇ, ਵੋਕੈਬ ਬਾਰੇ ਆਪਾਂ ਐਕਸਪ੍ਰੈਸ ਨਹੀਂ ਕਰ ਸਕਦੇ, ਗੱਲ ਨਹੀਂ ਕਰ ਸਕਦੇ। ਤਾਂ ਇਹਦਾ ਮੈਨੂੰ ਇੱਕ ਹੈਡਿੰਗ ਤੇ ਭੁਲੇਖਾ ਪੈਣ ਲੱਗ ਗਿਆ ਜੀ, ਧਿਆਨ ਨਾਲ ਦੇਖਿਓ। ਹੁਣ ਦੇਖੋ ਇਹਦੇ ਵਿੱਚ ਮੈਨੂੰ ਇਹਦਾ ਮੀਨਿੰਗ ਵੀ ਨਹੀਂ ਪਤਾ ਸੀਗਾ, ਤੇ ਜੇ ਮੀਨਿੰਗ ਨਹੀਂ ਵੀ ਪਤਾ ਤਾਂ ਜੀ ਡੋਂਟ ਵਰੀ। ਹੁਣ ਇਹਦਾ ਮਤਲਬ ਜੇ ਮੈਂ ਰਫਲੀ ਜਾਂ ਕੱਢਾਂ ਤਾਂ ਇਹਦਾ ਮਤਲਬ ਕੀ ਹੋਊਗਾ ਜੀ? ਸਮੈਲ ਕਹਿੰਦੇ ਜੀ ਇੱਕ ਅਲਿਊਸਿਵ ਫਿਨੋਮੀਨਨ ਆ। ਅੱਗੇ ਜਾ ਕੇ ਕਹਿਣ ਲੱਗੇ ਜੀ ਇਹਦਾ ਕਹਿੰਦੇ ਜੀ ਵੋਕੈਬ ਦੇ ਇਹਦੇ ਵਰਡ ਹੀ ਹੈ ਨਹੀਂ, ਇਹਦੇ ਬਾਰੇ ਗੱਲਬਾਤ ਹੀ ਨਹੀਂ ਕੀਤੀ ਜਾ ਸਕਦੀ। ਇਹਦਾ ਮਤਲਬ ਪੱਕਾ ਆ ਕੋਈ ਇੱਕ ਤਰ੍ਹਾਂ ਦਾ ਨੈਗੇਟਿਵ ਜਿਹਾ ਵਰਡ ਹੋਊਗਾ ਜੀ, ਕੋਈ ਨਾ ਕੋਈ ਨੈਗੇਟਿਵ ਜਿਹਾ ਵਰਡ ਹੈ ਜੀ। ਤੇ ਗਾਂ ਜਾ ਕੇ ਇਹ ਪਹਿਲੀ ਲਾਈਨ ਨੂੰ ਐਕਸਪਲੇਨ ਕਰੀ ਜਾਂਦੇ ਆ ਜੀ ਇਹਦਾ ਮਤਲਬ। ਚਲੋ ਜੀ ਅੱਗੇ ਜਾ ਕੇ ਇਹਨਾਂ ਨੇ ਸਟਿਲ ਉਹ ਚੀਜ਼ ਨੂੰ ਕੰਟੀਨਿਊ ਕੀਤਾ ਹੋਇਆ ਜੀ। ਹਾਂਜੀ ਜਾ ਕੇ ਦੇਖਦੇ ਹਾਂ ਜੀ ਹੁਣ ਆਪਾਂ ਕਿ ਕਿਹੜਾ ਮੈਚ ਹੁੰਦਾ ਜੀ ਆਪਣਾ। ਤਾਂ ਇਹਨਾਂ ਨੇ ਆਪਾਂ ਨੂੰ ਪਹਿਲੇ ਚ ਕਿਹਾ ਜੀ ਡਿਫਿਕਲਟੀਜ਼ ਹੁੰਦੀਆਂ, ਕਹਿੰਦੇ ਉਹਨਾਂ ਨੇ ਕਿਹਾ ਸੀ ਜੀ ਸਟਰਗਲਸ ਹੁੰਦੀਆਂ ਜੀ ਟਾਕ ਕਰਨ ਦੇ ਵਿੱਚ, ਉਹਨਾਂ ਨੇ ਕਿਹਾ ਸੀ ਐਕਸਪ੍ਰੈਸ ਕਰਨ ਦੇ ਵਿੱਚ। ਕਿਹਨੂੰ? ਸਮੈਲ ਨੂੰ। ਤੇ ਆਹ ਤਾਂ ਜੀ 100% ਮੈਚ। ਅੱਗੇ ਜੀ ਫਿਊਚਰ ਸਟੱਡੀਜ਼ ਦੀ ਕੋਈ ਗੱਲ ਨਹੀਂ ਹੋਈ ਜੀ। ਰਿਲੇਸ਼ਨਸ਼ਿਪ ਬ੍ਰੇਨ ਤੇ ਨੋਜ਼ ਦੇ ਵਿੱਚ ਕਿਤੇ ਗੱਲ ਨਹੀਂ ਹੋਈ। ਫਿਰ ਇੰਟਰਪ੍ਰੀਟ, ਹਾਂਜੀ ਗਰੁੱਪਸ ਦੇ ਵਿੱਚ ਤਾਂ ਕੋਈ ਚੀਜ਼ ਡਿਫਾਈਨਿੰਗ ਹੀ ਨਹੀਂ ਕੀਤੀ ਗਈ ਜੀ। ਅੱਗੇ ਜਾ ਕੇ ਸਮੈਲ ਇੱਕ ਸੁਪੀਰੀਅਰ ਸੈਂਸ ਆ, ਕਿਤੇ ਨਹੀਂ ਗੱਲ ਕੀਤੀ ਗਈ ਜੀ। ਸੁਪੀਰੀਅਰ ਸੈਂਸ ਤਾਂ ਇਹ ਪਹਿਲੇ ਚ ਕਿਹਾ ਹੀ ਨਹੀਂ ਗਿਆ। ਤਾਂ ਫਿਰ ਕਿਹੜਾ ਮੈਚ ਹੋਇਆ ਜੀ? ਪਹਿਲੇ ਨੰਬਰ ਵਾਲਾ। ਤੇ ਉਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ? ਉਹ ਕਹੀ ਜਾਂਦੇ ਕਿ ਜੀ ਇਹਨੂੰ ਐਕਸਪ੍ਰੈਸ ਕਰਨ ਦੇ ਵਿੱਚ ਡਿਫਿਕਲਟੀ ਆਉਂਦੀ ਆ ਕਿਉਂਕਿ ਇਹਦੇ ਬਾਰੇ ਵੋਕੈਬ ਹੀ ਹੈ ਨਹੀਂ। ਤੇ ਇਹ ਵੀ ਕੀ ਕਹੀ ਜਾਂਦੇ ਆ ਜੀ? ਸਮੈਲ ਦੇ ਬਾਰੇ ਗੱਲਾਂ ਕਰਨ ਦੇ ਵਿੱਚ ਡਿਫਿਕਲਟੀ ਆਉਂਦੀ ਹੈ। ਡਿਫਿਕਲਟੀ ਕਿਉਂ ਆਉਂਦੀ ਹੈ? ਤੁਹਾਡਾ ਪੈਰਾ ਦਾ ਆਨਸਰ ਦੇ ਰਿਹਾ, ਮੈਂ ਤੁਹਾਡੇ ਤੋਂ ਕਹਿ ਰਿਹਾ ਕਿ ਤੁਸੀਂ ਹੁਣ ਜੇ ਪੈਰਾ ਪੜ੍ਹ ਕੇ ਦਾ ਆਨਸਰ ਦੇਣਾ ਹੋਵੇ, ਡਿਫਿਕਲਟੀ ਕਿਉਂ ਆਉਂਦੀ ਹੈ? ਤੁਸੀਂ ਕਹੋਗੇ ਸਰ ਲੈਕ ਆਫ ਵੋਕੈਬਲਰੀ। ਤੇ ਇਹ ਜਿਹੜਾ ਇਹਦਾ ਆਨਸਰ ਮਿਲਿਆ ਵਾ, ਧਿਆਨ ਨਾਲ ਦੇਖਿਓ, ਸਮਟਾਈਮਸ ਤੁਹਾਡਾ ਜਿਹੜਾ ਪੈਰਾਗ੍ਰਾਫ ਹੁੰਦਾ ਜੀ, ਉਹ ਤੁਹਾਡੀ ਹੈਡਿੰਗ ਦਾ ਆਨਸਰ ਦਿੰਦਾ ਹੁੰਦਾ ਜੀ। ਤੇ ਸਮਝ ਲਓ ਉਹਦੀ ਹੈਡਿੰਗ ਹੈ। ਹੁਣ ਇੱਧਰ ਕਹੀ ਜਾਂਦੇ ਜੀ ਸਮੈਲ ਦੇ ਬਾਰੇ ਟਾਕ ਕਰਨ ਦੇ ਵਿੱਚ ਡਿਫਿਕਲਟੀ ਆਉਂਦੀ ਹੈ, ਤੇ ਕੀ ਤੁਹਾਡਾ ਪੈਰੇ ਦਾ ਆਨਸਰ ਦੇ ਰਿਹਾ? ਬਿਲਕੁਲ ਜੀ, ਉਹ ਚ ਲਿਖਿਆ ਪਿਆ ਕਿ ਲੈਕ ਆਫ ਵੋਕੈਬਲਰੀ। ਤੇ ਇਹਦਾ ਮਤਲਬ ਇਹ ਇਹਦੀ ਕੀ ਹੈ ਜੀ? ਇਹ ਇਹਦੀ ਹੈਡਿੰਗ ਹੈ। ਤਾਂ ਇਹ ਆਪਣਾ ਆਹ ਵਾਲਾ ਹੋ ਗਿਆ ਜੀ। ਤਾਂ ਮੈਨੂੰ ਯੈਸ ਔਰ ਨੋ ਦੱਸ ਦਿਓ ਜੀ, ਇੱਥੋਂ ਤੱਕ ਕਲੀਅਰ ਹੈ ਜੀ ਕਿਉਂ ਲਾਇਆ ਆਪਾਂ ਜੀ? ਯੈਸ ਔਰ ਨੋ ਜੀ? ਹਾਂਜੀ ਸਰ। ਤੁਸੀਂ ਜਦੋਂ ਕੋਈ ਹੈਡਿੰਗ ਕਰਦੇ ਹੋ, ਹੈਡਿੰਗ ਕਰਨ ਤੋਂ ਬਾਅਦ ਚੋਂ ਕਿਤੇ ਆਪਣੇ ਪੈਰੇ ਤੇ ਜਦੋਂ ਪੜ੍ਹ ਲਿਆ, ਜਿੱਤੇ ਤੁਹਾਨੂੰ ਡਾਊਟ ਪੈ ਰਿਹਾ ਵਾ ਜੀ, ਤਾਂ ਉੱਥੇ ਦੇਖਿਓ ਵੀ ਕੀ ਤੁਹਾਡਾ ਪੈਰਾਗ੍ਰਾਫ ਉਹ ਕੁਐਸਚਨ ਦਾ ਆਨਸਰ ਦੇ ਰਿਹਾ ਵਾ। ਜੇ ਤਾਂ ਆਨਸਰ ਦੇ ਰਿਹਾ ਤਾਂ ਸਮਝ ਲਓ ਉਹਦੀ ਹੈਡਿੰਗ ਹੈ ਜੀ। ਹਾਂਜੀ ਅੱਗੇ ਚੱਲਦੇ ਹਾਂ ਜੀ, ਧਿਆਨ ਨਾਲ ਦੇਖਿਓ ਜੀ। ਹਾਂਜੀ ਜੀ, ਤਾਂ ਆਪਾਂ ਹੁਣ ਪੈਰਾਗ੍ਰਾਫ ਨੈਕਸਟ ਜੀ, ਨੈਕਸਟ ਪੈਰਾਗ੍ਰਾਫ ਰਹਿ ਗਿਆ ਜੀ, 2 ਰਹਿ ਗਏ ਜੀ ਆਪਣੇ। ਕੀ ਕਹਿੰਦੇ ਜੀ? ਕਹਿੰਦੇ ਜੀ ਮੋਸਟ ਆਫ ਦਾ ਜਿਹੜੀ ਰਿਸਰਚ ਆ ਸਮੈਲ ਦੇ ਉੱਪਰ ਅੰਡਰਟੇਕਨ, ਜਿਹੜੀ ਕੀਤੀ, ਅੰਡਰਟੇਕਨ ਕੀ ਦਾ ਸਿਨੋਨਿਮ ਹੁੰਦਾ? ਕੈਰੀ ਆਊਟ। ਲਿਖ ਲਓ ਜੀ, ਕੈਰੀ ਆਊਟ। ਤਾਂ ਕੀ ਕਹਿੰਦੇ? ਧਿਆਨ ਨਾਲ ਦੇਖਿਓ ਜੀ। ਕਹਿੰਦੇ ਮੋਸਟ ਆਫ ਦਾ ਰਿਸਰਚ ਜਿਹੜੀ ਸਮੈਲ ਦੇ ਉੱਪਰ ਕੈਰੀ ਆਊਟ ਕੀਤੀ ਗਈ ਆ ਟੂ ਡੇਟ ਹੈਜ਼ ਬੀਨ ਆਫ ਏ ਫਿਜ਼ੀਕਲ ਸਾਇੰਟੀਫਿਕ ਨੇਚਰ। ਕਹਿੰਦੇ ਜਿਹੜੀ ਪਾਸਟ ਦੇ ਵਿੱਚ ਆਪਣੀ ਉਹ ਰਿਸਰਚ ਕੀਤੀ ਗਈ ਆ ਹੈਜ਼ ਬੀਨ ਆਫ ਏ ਫਿਜ਼ੀਕਲ ਸਾਇੰਟੀਫਿਕ ਨੇਚਰ ਦੀ ਹੈ ਜੀ। ਉਹ ਕਹਿੰਦੇ ਫਿਜ਼ੀਕਲ ਸਾਇੰਟੀਫਿਕ ਨੇਚਰ। ਹੁਣ ਜੇ ਆਪਾਂ ਇੱਥੋਂ ਤੱਕ ਜਾ ਕੇ ਕੋਈ ਮੈਚ ਕਰੀਏ, ਹਲੇ ਤੱਕ ਤਾਂ ਕੋਈ ਮਿਲਦਾ ਹੀ ਨਹੀਂ ਜੀ। ਸਾਇੰਟੀਫਿਕ ਐਡਵਾਂਸਸ ਆ ਜੀ ਜਿਹੜੀਆਂ, ਸਾਇੰਟੀਫਿਕ ਐਡਵਾਂਸਸ ਕਿਹਨੂੰ ਕਹਿ ਰਿਹਾ? ਸਾਇੰਸ ਦੇ ਖੇਤਰ ਦੇ ਵਿੱਚ ਜਿਹੜੀ ਐਡਵਾਂਸਮੈਂਟ ਹੋ ਚੁੱਕੀ ਹੈ, ਹੈਵ ਬੀਨ ਮੇਡ। ਕਹਿੰਦੇ ਜੀ ਬਹੁਤ ਕਹਿੰਦੇ ਤਰੱਕੀ ਹੋ ਚੁੱਕੀ ਹੈ ਕਿਹਦੇ ਵਿੱਚ? ਓਕੇ ਬਾਇਓਲੋਜੀਕਲ ਤੇ ਕੈਮੀਕਲ ਨੇਚਰ ਨੂੰ ਸਮਝਣ ਦੇ ਵਿੱਚ। ਉਹ ਨੇਚਰ ਕਾਹਦਾ ਜੀ? ਆਹ ਇੱਕ ਇੱਥੇ ਵਰਡ ਲਾਇਆ ਪਿਆ ਜੀ ਉਹਨੇ, ਇਹ ਕਿਹਦਾ ਸਿਨੋਨਿਮ ਹੈ ਜੀ? ਇਹ ਸਮੈਲ ਦਾ ਸਿਨੋਨਿਮ ਹੈ ਜੀ।
ਸਮੈਲ ਦਾ ਸਿਨੋਨਿਮ ਹੈ ਜੀ। ਚਲੋ ਜੇ ਨਹੀਂ ਵੀ ਪਤਾ ਤੁਹਾਨੂੰ ਏਦਾਂ ਹੀ ਸਮਝੋ ਕੀ ਕਹਿੰਦੇ ਜੀ। ਅੱਛਾ ਹੁਣ ਆਪਾਂ ਇੱਥੋਂ ਤੱਕ ਪੜ੍ਹ ਲਿਆ, ਹੁਣ ਆਪਾਂ ਜਾ ਕੇ ਹੈਡਿੰਗ ਮੈਚ ਕਰਨੀ ਜੀ। ਕਹਿੰਦੇ ਜੀ ਮੋਸਟ ਆਫ ਦਾ ਰਿਸਰਚ ਜਿਹੜੀ ਸਮੈਲ ਤੇ ਕੀਤੀ ਗਈ ਹੈ ਜੀ, ਅੰਡਰਟੇਕ ਕੀਤੀ ਗਈ ਹੈ ਜੀ, ਤਾਂ ਕਹਿੰਦੇ ਜੀ ਉਹ ਕਹਿੰਦੇ ਫਿਜ਼ੀਕਲ ਸਾਇੰਟੀਫਿਕ ਨੇਚਰ ਤੇ ਆ। ਸਾਇੰਟੀਫਿਕ ਐਡਵਾਂਸਸ ਕਾਫੀ ਹੋ ਚੁੱਕੀਆਂ ਜੀ ਕਿਹਨੂੰ ਅੰਡਰਸਟੈਂਡ ਕਰਨ ਨੂੰ, ਕਿਹੜੀ ਚੀਜ਼ ਨੂੰ, ਬਾਇਓਲੋਜੀਕਲ ਤੇ ਕੈਮੀਕਲ ਨੇਚਰ ਕਿਹਦਾ, ਜਿਹੜੀ ਆਹ ਵਾਲੀ ਚੀਜ਼ ਆ। ਬਟ ਕਹਿੰਦੇ ਜੀ ਬਹੁਤ ਜ਼ਿਆਦਾ ਫੰਡਾਮੈਂਟਲ ਕੁਐਸਚਨ ਹੈਗੇ ਆ ਜਿਨ੍ਹਾਂ ਦਾ ਆਨਸਰ ਅਜੇ ਪਤਾ ਹੀ ਨਹੀਂ ਆਪਾਂ ਨੂੰ, ਤਾਂ ਜਾ ਕੇ ਮੈਚ ਕਰਦੇ ਹਾਂ ਜੀ। ਦੇਖੋ ਜੇ ਆਪਾਂ ਕਹੀਏ ਫਿਊਚਰ ਸਟੱਡੀਜ਼ ਹਲੇ ਤੱਕ ਇੰਨਾ ਉਹਨਾਂ ਨੇ ਜ਼ਰੂਰ ਕਿਹਾ ਵਾ ਕਿ ਜੀ ਬਹੁਤ ਜ਼ਿਆਦਾ ਕੁਐਸਚਨਸ ਆ ਹਲੇ ਜਿਨ੍ਹਾਂ ਦਾ ਆਨਸਰ ਆਪਣੇ ਕੋਲੇ ਹੈ ਹੀ ਨਹੀਂਗਾ, ਤਾਂ ਕਿਤੇ ਨਾ ਕਿਤੇ ਪਰ ਮੈਨੂੰ ਸਿੱਧਾ ਨਹੀਂ ਆਪਾਂ ਮਾਰਕ ਕਰਾਂਗੇ ਜੀ, ਆਪਾਂ ਇੱਥੇ ਹਲੇ ਤੱਕ ਕ੍ਰੋਸ ਲਾਵਾਂਗੇ। ਨੋਜ਼ ਤੇ ਬ੍ਰੇਨ ਦੇ ਵਿੱਚ ਰਿਲੇਸ਼ਨਸ਼ਿਪ ਦੱਸੀ ਨਹੀਂ ਜੀ ਉਹਨਾਂ ਨੇ, ਨੋਜ਼ ਤੇ ਬ੍ਰੇਨ ਦੇ ਵਿੱਚ ਰਿਲੇਸ਼ਨਸ਼ਿਪ। ਅੱਗੇ ਜਾ ਕੇ ਉਹਨਾਂ ਨੇ ਡਿਫਾਈਨਿੰਗ ਗਰੁੱਪ ਤਾਂ ਹਲੇ ਤੱਕ ਕੀਤੇ ਨਹੀਂ, ਤੇ ਸੈਂਸ ਨੂੰ ਸਮੈਲ ਨੂੰ ਸੁਪੀਰੀਅਰ ਤਾਂ ਕਿਹਾ ਹੀ ਨਹੀਂ। ਹਲੇ ਆਪਾਂ ਨੂੰ ਉਹ ਪੜ੍ਹਨ ਦੀ ਜ਼ਰੂਰਤ ਹੈ ਜੀ, ਹਲੇ ਆਪਾਂ ਨੂੰ ਉਹ ਚੀਜ਼ਾਂ ਪੜ੍ਹਨੀਆਂ ਪੈਣੀਆਂ ਜੀ ਹੋਰ। ਚਲੋ ਜੀ ਅੱਗੇ ਚੱਲਦੇ ਜੀ ਆਪਾਂ। ਅੱਗੇ ਉਹਨਾਂ ਨੇ ਕਿਹਾ ਜਿਹੜੇ ਰਿਸਰਚਰਸ ਆ ਜੀ ਕਹਿੰਦੇ have still to decide whether smell is one sense or two। ਕਹਿੰਦੇ ਜੀ ਰਿਸਰਚਰਸ have still to decide, ਹਲੇ ਵੀ ਇਹਨਾਂ ਨੂੰ ਡਿਸਾਈਡ ਕਰਨਾ ਪੈਣਾ ਵਾ, ਹਲੇ ਵੀ ਡਿਸਾਈਡ ਕਰਨਾ ਪੈਂਦਾ ਵਾ। ਇਹਦਾ ਮਤਲਬ ਇਹ ਚੀਜ਼ ਕਲੀਅਰ ਨਹੀਂ ਜੀ ਹਲੇ, ਕਿਹੜੀ ਕਿ whether smell is one sense or two। ਇਹਨਾਂ ਨੂੰ ਇੱਕ ਚੀਜ਼ ਹਲੇ ਤੱਕ ਵੀ ਨਹੀਂ ਪਤਾ ਜੀ, ਕਿਹੜੀ ਕਿ ਸਮੈਲ ਇੱਕ ਸੈਂਸ ਆ ਕਿ ਦੋ ਸੈਂਸ ਆ, ਇਹ ਚੀਜ਼ ਹਲੇ ਤੱਕ ਨਹੀਂ ਪਤਾ ਜੀ। ਕਹਿੰਦੇ ਇਹਨਾਂ ਵਨ ਰਿਸਪੋਂਡਿੰਗ ਟੂ ਆਰਡਰ, ਇੱਕ ਤਾਂ ਕਹਿੰਦੇ ਜੀ ਇਹਨੂੰ ਰਿਸਪੌਂਸ ਕਰਦੀ ਆ ਹਾਂਜੀ ਪ੍ਰੋਪਰ, ਦੂਸਰੀ ਕੀ ਕਰਦੀ ਹੈ ਜੀ ਓਕੇ ਰਜਿਸਟਰਿੰਗ ਆਰਡਰਲੈਸ ਕੈਮੀਕਲਸ। ਇੱਕ ਤਾਂ ਰਿਸਪੌਂਡ ਕਰਦੀ ਆ ਜਿਨ੍ਹਾਂ ਦੀ ਕੋਈ ਨਾ ਕੋਈ ਸਮੈਲ ਹੁੰਦੀ ਆ, ਦੂਸਰੀ ਕਿਹਨੂੰ ਰਿਸਪੌਂਡ ਕਰਦੀ ਹੈ ਜਿਨ੍ਹਾਂ ਦੀ ਸਮੈਲ ਨਹੀਂ ਹੁੰਦੀ ਜੀ, ਜਿਹੜੇ ਹਵਾ ਦੇ ਵਿੱਚ ਕੈਮੀਕਲ ਹੁੰਦੇ ਆ ਜੀ। ਕਹਿੰਦੇ ਜੀ ਜਿਹੜੇ ਦੂਸਰੇ ਅਨਆਨਸਰਡ ਕੁਐਸਚਨ ਦਾ, ਜਿਨ੍ਹਾਂ ਦਾ ਹਾਲੇ ਤੱਕ ਕੁਐਸਚਨ ਹੈ ਹੀ ਨਹੀਂਗਾ ਆਪਣੇ ਕੋਲੇ, ਆਰ ਵੈਦਰ ਦਾ ਨੋਜ਼ ਇਜ਼ ਦਾ ਓਨਲੀ ਪਾਰਟ ਆਫ ਦਾ ਬੋਡੀ ਅਫੈਕਟਡ ਬਾਈ ਓਦਰ। ਇੱਕ ਕੁਐਸਚਨ ਕਿਹੜਾ ਵਾ ਕਿ ਕੀ ਨੋਜ਼ ਹੀ ਇਕੱਲਾ ਏਦਾਂ ਦਾ ਬੋਡੀ ਦਾ ਪਾਰਟ ਆ ਜਿਹੜਾ ਆਪਣੇ ਸਮੈਲ ਦੇ ਰਾਹੀਂ ਅਫੈਕਟਡ ਹੁੰਦਾ ਵਾ। ਹਾਲੇ ਤੱਕ ਇਹਦਾ ਵੀ ਮੈਡੀਕਲ ਸਾਇੰਸ ਕਹਿੰਦਾ ਦੱਸ ਨਹੀਂ ਸਕੀ ਬਈ ਕੀ ਸਮੈਲ ਦਾ ਪ੍ਰਭਾਵ ਆਪਣੇ ਇਕੱਲੇ ਨੋਜ਼ ਦੇ ਉੱਪਰ ਹੀ ਪੈਂਦਾ ਵਾ, ਇਹ ਚੀਜ਼ ਦਾ ਵੀ ਹਾਲੇ ਤੱਕ ਆਨਸਰ ਹੈ ਨਹੀਂਗਾ ਜੀ। ਤਾਂ ਇਹਦਾ ਮਤਲਬ ਇਹ ਸਾਰਾ ਜਿਹੜਾ ਪੈਰਾ ਜੀ ਉਹ ਕਹਿੰਦੇ ਤੇ ਆਪਾਂ ਨੂੰ ਦੱਸ ਰਿਹਾ, ਇਹ ਦੱਸ ਰਿਹਾ ਵਾ ਕਿ ਜੀ ਹਾਲੇ ਤੱਕ ਜਿਹੜੀਆਂ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਹੈਗੀਆਂ, ਜਿਨ੍ਹਾਂ ਦੇ ਆਨਸਰ ਆਪਾਂ ਨੂੰ ਨਹੀਂ ਪਤਾ ਹੈਗੇ, ਉਹਦੇ ਉੱਪਰ ਇਹ ਸਾਰਾ ਪੈਰਾ ਫੋਕਸ ਕਰ ਰਿਹਾ ਜੀ। ਹੁਣ ਜਾ ਕੇ ਮੈਚ ਕਰਦੇ ਹਾਂ ਜੀ ਕਿ ਕੀ ਕੋਈ ਨਾ ਕੋਈ ਚੀਜ਼ ਇਹਦੇ ਨੇੜੇ ਤੇੜੇ ਤਾਂ ਹੋਊਗੀ ਨਾ ਜੀ। ਉਹ ਪੈਰਾ ਦੱਸ ਰਿਹਾ ਵੀ ਜਿਹੜੀਆਂ ਚੀਜ਼ਾਂ ਬਾਰੇ ਹਾਲੇ ਤੱਕ ਸਾਇੰਟਿਸਟ ਪਤਾ ਨਹੀਂ ਲਾ ਸਕੀ। ਇਹ ਚ ਲਿਖਿਆ ਜੀ ਫਿਊਚਰ ਸਟੱਡੀਜ਼ ਸਮੈਲ ਦੇ ਬਾਰੇ। ਹੁਣ ਦੇਖੋ ਉਹ ਕੁਐਸਚਨਾਂ ਦਾ ਹਾਲੇ ਤੱਕ ਆਪਾਂ ਨੂੰ ਪਤਾ ਨਹੀਂ ਲੱਗਾ, ਇਹਦਾ ਮਤਲਬ ਕਿਤੇ ਨਾ ਕਿਤੇ ਉਹ ਕੀ ਆ ਚੀਜ਼ਾਂ ਫਿਊਚਰ ਦੇ ਵਿੱਚ ਅਜੇ ਤੱਕ ਹੋਣੀਆਂ, ਹਾਲੇ ਹੋਈਆਂ ਨਹੀਂ ਗੀਆਂ ਉਹ ਪ੍ਰੈਜ਼ੈਂਟ ਚ। ਤਾਂ ਠੀਕ ਹੈ ਜੀ, ਇਹਦੇ ਤੇ ਆਪਾਂ ਇੱਕ ਵਾਰੀ ਡਾਊਟ ਜ਼ਰੂਰ ਲਾ ਸਕਦੇ ਆ, ਲੋਕ ਨਹੀਂ ਕਰਦੇ ਜੀ ਆਪਾਂ ਇਹਨੂੰ, ਤੁਸੀਂ ਦੱਸਿਓ ਮੈਨੂੰ। ਅੱਛਾ ਇਹ ਪਹਿਲੇ ਦੇ ਵਿੱਚ ਬ੍ਰੇਨ ਤੇ ਨੋਜ਼ ਦੇ ਵਿੱਚ ਰਿਲੇਸ਼ਨਸ਼ਿਪ ਦੱਸਿਆ ਹੋਵੇ, ਇਹਦੇ ਵਿੱਚ ਤਾਂ ਕੁਐਸਚਨ ਦੱਸੇ ਪਏ ਆ ਜੀ ਜਿਨ੍ਹਾਂ ਦੇ ਆਨਸਰ ਨਹੀਂ ਆਪਾਂ ਨੂੰ, ਕੋਈ ਇਹਦੇ ਵਿੱਚ ਕੋਈ ਸਟਰੋਂਗ ਰਿਲੇਸ਼ਨ ਥੋੜ੍ਹਾ ਦੱਸ ਰਹੇ ਆ। ਡਿਫਾਈਨਿੰਗ ਗਰੁੱਪਸ, ਗਰੁੱਪਾਂ ਵਿੱਚ ਤਾਂ ਕੁਝ ਵੰਡਿਆ ਹੀ ਨਹੀਂ ਜੀ ਇਹਨਾਂ ਨੇ। ਸਮੈਲ ਕਹਿੰਦੇ ਜੀ ਸੁਪੀਰੀਅਰ ਸੈਂਸ ਆ ਜੀ। ਤੁਹਾਨੂੰ ਮਿਊਟ ਤੋਂ ਖੋਲਦਾ, ਤੁਸੀਂ ਮੈਨੂੰ ਦੱਸੋ ਕਿ ਤੁਸੀਂ ਫਾਈਨਲ ਦੇ ਵਿੱਚ ਇਹਦਾ ਕੀ ਲਾਉਣਾ ਸੀ, ਕਿਉਂਕਿ ਇੱਕ ਤਾਂ ਹੈਡਿੰਗ ਹੈਗੀ ਹੋਈ ਹੈ ਨਾ, ਵੇਸਟ ਤਾਂ ਹੋਣਾ ਹੀ ਨਹੀਂ ਜੀ ਕੁਝ ਵੀ, ਇੱਕ ਤਾਂ ਹੈਡਿੰਗ ਹੈਗੀ ਹੋਈ ਹੈ। ਹਾਂਜੀ ਥਰਡ ਵਾਲਾ ਸਰ ਫਿਊਚਰ ਵਾਲਾ ਲੱਗ ਰਿਹਾ। ਫਿਊਚਰ ਸਟੱਡੀਜ਼, ਤਾਂ ਤੁਸੀਂ ਮੈਨੂੰ ਕਿਤੇ ਨਾ ਕਿਤੇ ਇਹ ਦੱਸੋ ਕਿ ਉਹ ਜਿਹੜੀਆਂ ਸਟੱਡੀਜ਼ ਆ ਹਾਲੇ ਤੱਕ ਫਿਊਚਰ ਚ ਹੋਣੀਆਂ ਵਾ ਨਾ, ਹੋਈਆਂ ਨਹੀਂ ਨਾ ਹਲੇ ਉਹ, ਹਾਂਜੀ ਤਾਂ ਉਹ ਹਾਲੇ ਉੱਥੇ ਲਿਖਿਆ ਪਿਆ ਯੈਟ, ਲਿਖਿਆ ਪਿਆ ਸਟਿਲ, ਆਹ ਵਰਡ ਕਿਹਨੂੰ ਡਿਨੋਟ ਕਰਦੇ ਹੁੰਦੇ ਆ ਜੀ, ਫਿਊਚਰ ਨੂੰ ਸਰ। ਬਿਲਕੁਲ ਜੀ। ਹੁਣ ਜਿਹੜਾ ਬੱਚਾ ਕਹਿ ਰਿਹਾ ਕਿ ਸਰ ਜੀ ਫਿਊਚਰ ਵਰਡ ਤਾਂ ਲਿਖਿਆ ਨਹੀਂ, ਮੈਂ ਕਹਿ ਰਿਹਾ ਕਿ ਆਹ ਵਾਲੀ ਗ੍ਰਾਮਰ ਕਿਹਨੂੰ, ਤੁਸੀਂ ਕਹਿੰਦੇ ਹੋ ਕਿ ਮੈਂ ਹਲੇ ਤੱਕ ਕੰਮ ਨਹੀਂ ਕੀਤਾ, ਸਟਿਲ ਹਲੇ ਕੰਮ ਨਹੀਂ ਕੀਤਾ, ਮਤਲਬ ਕਿ ਕੰਮ ਹਲੇ ਫਿਊਚਰ ਦੇ ਵਿੱਚ ਜਾਊਗਾ ਜੀ, ਯੈਸ ਔਰ ਨੋ, ਫਿਊਚਰ ਚ ਕੰਪਲੀਟ ਹੋਊਗਾ ਨਾ ਇਹਦਾ ਮਤਲਬ, ਜੇ ਹਲੇ ਤੱਕ ਨਹੀਂ ਕੀਤਾ ਤਾਂ ਇਹਦਾ ਮਤਲਬ ਯੈਟ ਹੋ ਗਿਆ, ਸਟਿਲ ਹੋ ਗਿਆ, ਇਹ ਵਾਲੇ ਵਰਡ ਡਿਨੋਟ ਹੀ ਕਿਹਨੂੰ ਕਰਦੇ ਆ, ਫਿਊਚਰ ਨੂੰ ਕਰਦੇ ਆ।
ਤਾਂ ਜਿੰਨਾ ਬੱਚਿਆਂ ਨੂੰ ਲੱਗਦਾ ਸੀ ਕਿ ਜੀ ਫਿਊਚਰ ਵਰਡ ਨਹੀਂ ਦਿੱਤਾ, ਮੈਂ ਕਹਿ ਰਿਹਾ ਜੀ ਫਿਊਚਰ ਨੂੰ ਮੈਨੂਪੂਲੇਟ ਕੀਤਾ ਵਾ, ਗ੍ਰਾਮਰ ਫਿਊਚਰ ਦੀ ਸ਼ੋ ਕੀਤੀ ਹੈ ਨਾ ਤੁਹਾਡੇ ਉੱਤੇ, ਤਾਂ ਕਰਕੇ ਇਹਦਾ ਆਨਸਰ ਹੈ ਆਪਾਂ ਨੂੰ ਹੁਣ 100% ਪਤਾ ਲੱਗ ਗਿਆ ਜੀ ਇਹਦਾ ਆਨਸਰ। ਤੇ ਨੋਟ ਕਰ ਲਿਓ ਜੀ, ਫਾਈਨਲ ਚ ਵੀ ਇਦਾਂ ਦੀ ਚੀਜ਼ ਹੋ ਸਕਦੀ ਹੈ, ਤੁਸੀਂ ਜਦ ਫਿਊਚਰ ਵਰਡ ਲੱਭੀ ਜਾਓ ਬਟ ਉੱਥੇ ਲੈਂਗੁਏਜ ਫਿਊਚਰ ਵਾਲੀ ਹੋਵੇ, ਨਾ ਕਿ ਫਿਊਚਰ ਸਿੱਧਾ ਲਿਖਿਆ ਪਿਆ ਹੋਵੇ, ਤਾਂ ਫਿਰ ਤੁਹਾਨੂੰ ਜਾਣੀ ਕਿ ਲਾਉਣਾ ਪੈਣਾ ਜੀ। ਹਾਂਜੀ ਜੀ, ਤਾਂ ਆਪਣਾ ਹੁਣ ਇਹ ਜੇ ਆਪਾਂ ਦੇਖੀਏ ਤਾਂ ਆਪਾਂ ਨੂੰ ਪਹਿਲਾਂ ਜ਼ਿਆਦਾ ਪੜ੍ਹਨਾ ਪਿਆ, ਇਹਦੇ ਹੁਣ ਆਪਾਂ ਦੇਖੀਏ ਤਾਂ ਟੌਪਿਕ ਸੈਂਟੈਂਸ ਤੋਂ ਤਾਂ ਕੁਝ ਕਲੀਅਰ ਹੀ ਨਹੀਂ ਹੁੰਦਾ ਸੀ। ਚਲੋ ਆਹ ਵਾਲੀ ਇੱਥੋਂ ਜ਼ਰੂਰ ਹੋਇਆ ਸੀ, ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇੱਥੋਂ ਆਪਾਂ ਨੂੰ ਹੋ ਗਿਆ ਸੀ ਥੋੜਾ ਮੋਟਾ ਕਲੀਅਰ, ਬਟ ਜਦੋਂ ਗਾਂਹ ਜਾ ਕੇ ਦੇਖਿਆ ਤਾਂ ਫਿਰ ਆਪਾਂ ਨੂੰ ਪਤਾ ਲੱਗਿਆ ਜੀ। ਹਾਂਜੀ ਜੀ, ਅੱਗੇ ਚੱਲਦੇ ਜੀ, ਤਾਂ ਕੀ ਕਹਿੰਦੇ ਜੀ ਉਹਨੇ ਲਾਸਟ ਪੈਰਾ ਜੀ, ਕਹਿੰਦੇ ਜੀ ਹਾਊਐਵਰ, ਹੁਣ ਦੇਖੋ ਇੱਥੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਆ ਰੱਖਿਆ, ਇਹ ਕਹਿਣਗੇ ਇੰਫੈਥੈਟਿਕ ਸਟਰਕਚਰ ਨਹੀਂ ਗੀ, ਜੇ ਇਹਨੂੰ ਵੀ ਆਪਾਂ ਬਣਾਉਣਾ ਹੁੰਦਾ ਤਾਂ ਸਮੈਲ ਮੂਰੇ ਲਿਖਣਾ ਪੈਣਾ ਸੀ, ਸਮੈਲ ਹਾਊਐਵਰ ਇਜ਼, ਆ ਇੰਫੈਥੈਟਿਕ ਸਟਰਕਚਰ ਹੁੰਦੀ ਹੈ ਜੀ, ਬਾਕੀ ਇਦਾਂ ਹੀ ਚੱਲ ਪੈਣੀ ਸੀ ਜਿੱਦਾਂ ਹੀ ਉਹ ਸਾਰਾ ਫਲੋ ਕਰੀ ਜਾਂਦਾ। ਸੋ ਕਨੈਕਟਰ ਦੀ ਜਗ੍ਹਾ ਚੇਂਜ ਕਰਨੀ, ਉਹ ਇੰਫੈਥੈਟਿਕ ਸਟਰਕਚਰ ਬਣ ਜਾਂਦੀ ਹੈ ਜੀ। ਇਹ ਵੈਸੇ ਨਹੀਂ ਵੀ ਕੋਈ